कह टल गुर सेवियै अहनिस सहज सुभाय। दर्शन परसै गुरु कै जन्म मरण दुख जाए। होवै सिफत खसम दी नूर अरसों कुरसों चटियै। तुद डिठे सच्चे पातशाह मल जन्म जन्म दी कट्टीऐ। वाहिगुरु साहिब जीओ। सलोक महला तीजा। नानक सो सालाहियै जिस वस सब किश होए। तिसै सरेवे हो प्राणी हो तिस बिन अवर न कोय। नानक सो सालाहियै जिस वस सब किश होए। तिसै सरेवे हो प्राणी हो तिस बिन अवर न कोय। गुरमुख हर प्रभ मन वसै तां सदा सदा सुख होए। सहसा मूल न होवई सब चिंता विच हो जाए। जो किश होए सो सहजे होए कहना किशु न जाए। सच्चा साहिब मन वसै तां मन चिंध्या फल पाए। नानक तिनका आख्या आप सुने जे लयन पन्नै पाए। नानक तिनका आख्या आप सुने जे लयन पन्नै पाए। वाहिगुरु जी का खालसा वाहिगुरु जी की फतेह। दीन दुनिया दे मालक गुरता गद्दी ते विराजमान रानुमा मार्ग दसन वाले सतगुरु मददगार सहायता करन वाले करुणामई करुणा दे सागर दया सिंध साहिब सतगुरु श्री गुरु ग्रंथ साहिब जी महाराज। उन्हां दी पावन पवित्र गोद दा आनंद माण रहे हाँ। सतसंगत दे विच बैठ के मर्द गमड़े पातशाह साहिब श्री गुरु गोबिंद सिंह जी महाराज जी दे पावन पवित्र अस्थान तख्त श्री केशगढ़ साहिब जी विखे अपनियां हाजरियां लवा रहे हो। सतगुरां दी पावन गुरबाणी दी शब्द विचार कथा सरवण करन दे लई एक मन एक चित्त हो बैठे हाँ। आओ हाजरियां लवाउने हाँ। अज दा जो पावन शब्द असी विचारना है ये पवित्र शब्द गुरु ग्रंथ साहिब जी दे 1281 अंग तो आरंभ हुंदा है अते अगे 1282 अंग ते जाके संपूर्ण हुंदा है। मलार राग दे अंदर वार है वार मलार की जिस दी 8वीं पौड़ी अते उस दे सलोकां दी विचार असी अज करनी है। सलोक आरंभ हो रहे हैं दोवें सलोक तीजे पातशाह गुरु अमरदास जी दे हैं और पौड़ी गुरु नानक देव जी दी है। सलोक महला तीजा। सलोक तीसरे पातशाह सतगुरु श्री गुरु अमरदास जी महाराज उन्हां दी अमृतमई रसना तो उचारण होया है। नानक सो सालाहियै जिस वस सब किश होए। श्री गुरु अमरदास जी महाराज कहंदे नानक सो सालाहियै भाई उहदी सिफत करया करो। शलाघा
ਉਹਦੀ ਕਰਿਆ ਕਰੋ। ਕਿਹਦੀ ਮਹਾਰਾਜ? ਜਿਸ ਵਸ ਸਭ ਕਿਛ ਹੋਏ, ਜਿਹਦੇ ਵਸ ਵਿੱਚ ਸਭ ਕੁਛ ਹੈ। ਦੁਨੀਆ ਦੇ ਵਿੱਚ ਜਿੰਨੇ ਵੀ ਬੰਦੇ ਹਨ, ਇਨਸਾਨ ਹਨ, ਲਗਭਗ ਸਾਰੇ ਬੰਦਿਆਂ ਦੇ ਅੰਦਰ ਰੱਬ ਨੇ ਸਿਫਤ ਕਰਨ ਦੀ, ਸ਼ਲਾਘਾ ਕਰਨ ਦਾ ਮਾਦਾ ਰੱਖਿਆ। ਕੋਈ ਬੰਦਾ ਹੀ ਇੰਨਾ ਬਦਨਸੀਬ ਹੋਵੇਗਾ ਜਿਹੜਾ ਕਿਸੇ ਦੀ ਸਿਫਤ ਨਹੀਂ ਕਰ ਸਕਦਾ। ਨਹੀਂ ਤਾਂ ਬੰਦਾ ਲਗਭਗ ਇੰਨਾ ਕੁ ਅਮੀਰ ਤਾਂ ਹੁੰਦਾ ਹੀ ਹੈ, ਬੰਦਾ ਸਿਫਤ ਕਰੇ ਰਹਿੰਦਾ। ਕੋਈ ਨਾਲ ਸ਼ਬਦ ਇਹ ਵਰਤਿਆ, ਕੋਈ ਬੰਦਾ ਇੰਨਾ ਗਰੀਬ, ਇੰਨਾ ਮੁਫਲਿਸ, ਇੰਨਾ ਕੰਗਾਲ, ਇੰਨਾ ਬਦਨਸੀਬ ਕੋਈ ਹੋਏਗਾ ਜਿਸ ਬੰਦੇ ਵਿੱਚ ਸਿਫਤ ਕਰਨ ਦੀ ਆਦਤ ਨਹੀਂ, ਜਿਸ ਬੰਦੇ ਦੇ ਅੰਦਰ ਸਿਫਤ ਕਰਨ ਦਾ ਗੁਣ ਨਹੀਂ। ਸਿਫਤ ਕਰਨੀ ਹੈ ਜਿਹੜੀ, ਇਹ ਸਿਫਤ ਕਰਨ 'ਤੇ ਕੋਈ ਮੁੱਲ ਨਹੀਂ ਜੇ ਲੱਗਦਾ, ਪੈਸੇ ਨਹੀਂ ਜੇ ਲੱਗਦੇ ਤੁਹਾਡੇ ਸਿਫਤ ਕਰਨ 'ਤੇ। ਇਹ ਰੱਬੀ ਗੁਣ ਹੈ। ਬਸ ਇੱਕ ਗੱਲ ਦਾ ਧਿਆਨ ਰੱਖਣਾ ਹੈ, ਥੋੜ੍ਹੀ ਜਿਹੀ ਸਮਝ ਹੋਣੀ ਚਾਹੀਦੀ ਹੈ। ਬੰਦਾ ਸਿਫਤ ਤਾਂ ਕਰਦਾ ਹੀ ਹੈ, ਸਾਰੀ ਦੁਨੀਆ ਕਰਦੀ ਹੈ। ਕੋਈ ਰਾਜੇ ਦੀ ਕਰਦਾ, ਕੋਈ ਵਜ਼ੀਰ ਦੀ ਕਰਦਾ, ਕੋਈ ਆਪਣੇ ਬਜ਼ੁਰਗਾਂ ਦੀ ਕਰਦਾ, ਕੋਈ ਆਪਣੇ ਅਹੁਦੇ ਦੀ ਕਰਦਾ, ਕੋਈ ਆਪਣੀ ਉਹ ਕਰੀ ਜਾਂਦਾ, ਮੀਆਂ ਮਿੱਠੂ ਹੈ। ਸਿਫਤ ਤਾਂ ਕਰੀ ਹੋ ਜਾਂਦੇ ਲੋਕ। ਹੁਣ ਗੁਰੂ ਜੀ ਇੱਥੇ ਅਕਲ ਦੱਸ ਰਹੇ ਹੈ, ਬਸ ਸਮਝਾ ਰਹੇ ਹੈ ਵੀ ਇਹ ਜਿਹੜੀ ਤੇਰੇ ਅੰਦਰ ਸਿਫਤ ਕਰਨ ਦੀ ਆਦਤ ਹੈ, ਇਹ ਮਾੜੀ ਤਾਂ ਨਹੀਂ ਹੈ, ਚੰਗੀ ਹੈ। ਇਹਦਾ ਮੂੰਹ ਦੂਜੇ ਪਾਸੇ ਕਰ ਲਾ ਬਸ। ਉਹ ਕਿੱਧਰ? ਕਹਿੰਦੇ ਸਿਫਤ ਕਰਨੀ ਤੇ ਵਾਹਿਗੁਰੂ ਦੀ ਕਰਿਆ ਕਰ। ਆਪਣੇ ਵੱਲੋਂ ਸੂਈ ਹਟਾ ਲੈ, ਮੈਂ ਵੱਡਾ, ਮੈਂ ਚੰਗਾ, ਮੈਂ ਸੋਹਣਾ, ਮੈਂ ਧਨੀ, ਮੈਂ ਅਮੀਰ, ਮੈਂ ਗਿਆਨੀ, ਮੈਂ ਸਮਝਦਾਰ, ਮੈਂ ਚਲਾਕ। ਕੀ ਕਰਨਾ ਤੇਰੀ ਚਲਾਕੀ ਦਾ? ਮਹਾਰਾਜ ਕਹਿੰਦੇ ਆਪਣੇ ਅੰਦਰੋਂ ਇਹ ਚੀਜ਼ ਆਪਣੀ ਉਸਤਤੀ ਘਟਾ ਦੇ। ਉਸਤਤੀ ਕਰਨ ਦੇ ਯੋਗ ਜੇ ਹੈ, ਸਿਫਤ ਕਰਨ ਦੇ ਯੋਗ ਜੇ ਹੈ ਅਤੇ ਵਾਹਿਗੁਰੂ ਹੈ, ਅਤੇ ਮਹਾਰਾਜ ਕਹਿੰਦੇ ਉਹਦੀ ਕਰਿਆ ਕਰ। ਇਹੀ ਜਿਹੜਾ ਔਗਣ ਹੈ ਤੇਰੇ ਅੰਦਰ ਆਪਣੀ ਸਿਫਤ ਦਾ, ਇਹੀ ਔਗਣ ਗੁਣ ਬਣ ਜਾਏਗਾ। ਇੱਕ ਗੱਲ ਧਿਆਨ ਰੱਖਿਓ, ਯਾਦ ਰੱਖਿਓ, ਸਿਫਤ ਵਿੱਚ ਜਿਹਦੀ ਵੀ ਤੁਸੀਂ ਸਿਫਤ ਕਰੋਗੇ, ਜਿਹਦੀ ਵੀ ਤੁਸੀਂ ਸਿਫਤ ਕਰੋਗੇ, ਉਹ ਬੰਦੇ ਨਾਲ ਤੁਹਾਡਾ ਪਿਆਰ ਬਣ ਜਾਏਗਾ। ਉਹ ਬੰਦਾ ਤੁਹਾਡੇ ਨਾਲ ਸਨੇਹ ਕਰਨ ਲੱਗ ਜਾਏਗਾ, ਜਿਹਦੀ ਵੀ ਸਿਫਤ ਕਰੋਗੇ। ਪਰ ਦੁਨੀਆ ਦੇ ਕਿਸੇ ਬੰਦੇ ਦੀ ਸਿਫਤ ਕਰੋਗੇ, ਉਹਦੇ 'ਚ ਇੱਕ ਔਗਣ ਹੈ, ਇੱਕ ਕੀ ਦੋ ਔਗਣ ਹੈ। ਇੱਕ ਤਾਂ ਇਹ ਹੈ, ਦੁਨੀਆ ਦੇ ਕਿਸੇ ਬੰਦੇ ਦੀ ਸਿਫਤ ਕਰੋਗੇ, ਉਹ ਬੰਦਾ ਜਿਹਦੀ ਸਿਫਤ ਕਰੋਗੇ ਉਹ ਤੁਹਾਡੇ ਤੋਂ ਵੱਡਾ ਹੋਏਗਾ, ਤੁਸੀਂ ਛੋਟੇ ਹੋ ਜਾਓਗੇ ਪਹਿਲੀ। ਦੂਜੀ, ਜਦੋਂ ਕਿਸੇ ਦੀ ਸਿਫਤ ਕਰੋਗੇ ਲੋਕ ਤੁਹਾਨੂੰ ਚਾਪਲੂਸ ਕਹਿਣਗੇ, ਲੋਕ ਤੁਹਾਨੂੰ ਜੁੱਤੀਆਂ ਝਾੜਨ ਵਾਲਾ ਕਹਿਣਗੇ, ਲੋਕ ਬਹੁਤ ਕੁਛ ਕਹਿਣਗੇ। ਪਰ ਜਦੋਂ ਵਾਹਿਗੁਰੂ ਦੀ ਸਿਫਤ ਕਰੋਗੇ ਨਾ, ਇਹਦੇ ਵਿੱਚ ਇਹ ਔਗਣ ਨਹੀਂ ਜੇ ਆਉਂਦੇ, ਤੁਸੀਂ ਚਾਪਲੂਸ ਨਹੀਂ ਜੇ ਬਣਦੇ। ਫਿਰ ਸਿਫਤ ਕਰਨ ਨਾਲ ਤੁਸੀਂ ਛੋਟੇ ਨਹੀਂ ਹੁੰਦੇ, ਵੱਡੇ ਹੋਵੋਗੇ। ਜਿਹੜਾ ਵੱਡੇ ਦੀਆਂ ਵਡਿਆਈਆਂ ਕਰੇਗਾ, ਵੱਡਾ ਉਹਨੂੰ ਆਪਣੇ ਨਾਲ ਮਿਲਾ ਲੈਂਦਾ। ਇਹ ਬਹੁਤ ਗੁਣ ਹਨ ਵਾਹਿਗੁਰੂ ਦੀ ਸਿਫਤ ਵਿੱਚ। ਅਤੇ ਉੱਦਾਂ ਸਿਫਤ ਕਰਨ ਦੀ ਆਦਤ ਸਾਡੀ ਸਾਰਿਆਂ ਦੀ ਹੁੰਦੀ ਹੈ, ਪਰ ਕੋਈ ਕਿਸੇ ਦੀ ਕਰੀ ਜਾਂਦਾ, ਕੋਈ ਕਿਸੇ ਦੀ ਕਰੀ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਇੱਥੇ ਸਾਨੂੰ ਇੱਕ ਬਹੁਤ ਕੀਮਤੀ ਗੁਣ ਦੇ ਰਹੇ ਆ। ਜ਼ਿੰਦਗੀ ਦੇ ਵਿੱਚ ਅਗਰ ਧਾਰਨ ਕਰ ਲਈਏ ਅਤੇ ਮਹਾਰਾਜ ਕਹਿੰਦੇ ਨਾਨਕ ਸੋ ਸਾਲਾਹੀ ਹੈ। ਕਹਿੰਦੇ ਉਹਦੀ ਸਲਾਹ, ਉਹਦੀ ਸਿਫਤ ਸਲਾਹਤਾ ਉਹਦੀ ਕਰੀਏ
ਜਿਸ ਵਸ ਸਭ ਕਿਛ ਹੋਏ, ਜਿਹਦੇ ਵਸ ਵਿੱਚ ਸਭ ਕੁਛ ਹੈ। ਆਮ ਤੌਰ 'ਤੇ ਬੰਦਾ ਸਿਫਤ ਉਹਦੀ ਕਰਦਾ ਜੀ ਤੋਂ ਕੋਈ ਕੰਮ ਕਢਾਉਣਾ ਹੋਵੇ, ਬੜਾ ਇਹ ਬੰਦਾ ਇਸ ਤਰ੍ਹਾਂ ਦਾ। ਤਾਂ ਹੀ ਦੱਸਿਆ ਵੀ ਕੋਈ ਬਦਨਸੀਬ ਹੋਵੇ ਜਿਹੜਾ ਕਿਸੇ ਦੀ ਸਿਫਤ ਨਾ ਕਰੇ। ਸਿਫਤ ਤਾਂ ਬੰਦਾ ਕਰਦਾ ਹੀ ਕਰਦਾ, ਕਿਸੇ ਤੋਂ ਕੰਮ ਕਢਾਉਣ ਲਈ ਉਹ ਸਹੀ। ਪਰ ਗੁਰੂ ਜੀ ਕਹਿੰਦੇ ਤੂੰ ਵੀ ਸਿਫਤ ਕਰ, ਤੂੰ ਖੁਸ਼ਕਿਸਮਤ ਹੋਵੇਂ ਜੇ ਤੂੰ ਸਿਫਤ ਕਰੇ ਵਾਹਿਗੁਰੂ ਦੀ। ਅਤੇ ਉਸ ਵਾਹਿਗੁਰੂ ਦੀ ਜਿਸ ਵਸ ਸਭ ਕੁਛ ਹੋਏ, ਜੇ ਉਹਦੀ ਸਿਫਤ ਕਰੇ ਉਹਦੇ ਵਸ 'ਚ ਸਾਰਾ ਕੁਛ ਆ ਜਾਂਦਾ। ਲੋੜ ਹੀ ਨਹੀਂ ਰਹਿੰਦੀ ਛੋਟੇ ਮੋਟੇ ਕਿਸੇ ਦੀ। ਉਹ ਐਡਾ ਸਮਰੱਥ ਹੈ, ਐਡਾ ਵੱਡਾ ਹੈ। ਜੇ ਤੂੰ ਉਸ ਵਾਹਿਗੁਰੂ ਦੀ ਸਿਫਤ ਨਾਲ ਜੁੜ ਜਾਏ, ਬਸ ਸਾਰਾ ਕੁਝ ਉਹਦੇ ਵਸ 'ਚ ਹੈ। ਮਾਲਕ ਤਾਂ ਉਹ ਖੁਦ ਹੈ, ਆਪ ਹੈ, ਜਿਹਨੂੰ ਜੋ ਚਾਹੇ ਬਣਾ ਦੇਵੇ। ਉਹ ਮਾਲਕ ਹੈ ਸਿਫਤਾਂ ਦਾ, ਉਹਦੇ ਵਸ ਸਭ ਕੁਛ ਹੈ। ਪੁਰਾਤਨ ਜਨਮ ਸਾਖੀ ਵਿਲਾਇਤ ਵਾਲੀ ਮੈਂ ਪੜ੍ਹ ਰਿਹਾ ਸੀ। ਸ਼੍ਰੀ ਗੁਰਪ੍ਰਤਾਪ 'ਚ ਸਾਖੀ ਨਹੀਂ ਆਉਂਦੀ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਿਆ। ਵਿਲਾਇਤ ਵਾਲੀ ਜਨਮ ਸਾਖੀ 'ਚ ਆਉਂਦੀ ਹੈ, ਛੋਟੀ ਜਿਹੀ ਹੈ। ਗੁਰੂ ਨਾਨਕ ਦੇਵ ਜੀ ਜਾ ਰਹੇ ਆ, ਭਾਈ ਮਰਦਾਨਾ ਜੀ ਨਾਲ ਹੈ। ਮੇਰਾ ਖਿਆਲ ਹੈ ਵੀ ਇੱਕ ਸਫ਼ੇ ਦੀ ਵੀ ਨਹੀਂ ਪੂਰੀ ਹੈਗੀ ਸਾਖੀ, ਇਹ ਛੋਟੀ ਜਿਹੀ ਹੈ, ਪਰ ਹੈ ਬਹੁਤ ਕੁਝ ਉਹਦੇ ਵਿੱਚ। ਤੁਰੇ ਜਾਂਦਿਆਂ ਇੱਕ ਖੇਤ ਕੋਲ ਦੀ ਲੰਘਣ ਲੱਗੇ। ਛੋਲਿਆਂ ਦਾ ਚਣਿਆਂ ਦਾ ਬੀਜੇ ਹੋਏ ਸੀ। ਭਾਈ ਮਰਦਾਨਾ ਜੀ ਨੇ ਆਖਿਆ ਮਹਾਰਾਜ ਭੁੱਖ ਬੜੀ ਲੱਗੀ ਹੈ, ਛਕ ਲਈਏ। ਮਹਾਰਾਜ ਕਹਿੰਦੇ ਨਾ ਭਾਈ ਮਰਦਾਨਾ, ਇੱਕ ਕਿਸਾਨ ਕਿੰਨੀ ਮਿਹਨਤ ਕਰਕੇ ਖੇਤੀ ਬੀਜਦਾ ਹੈ, ਅਤੇ ਸਾਨੂੰ ਚਾਹੀਦਾ ਨਹੀਂ ਕਿ ਕਿਸੇ ਦੇ ਹੱਕ ਦੀ ਚੀਜ਼ ਨੂੰ ਅਸੀਂ ਲੈ ਲਈਏ। ਸਾਡਾ ਵਸ, ਸਾਡਾ ਜ਼ੋਰ ਸਾਡੇ ਪੇਟ 'ਤੇ ਹੋਣਾ ਚਾਹੀਦਾ, ਸਾਡੇ ਆਪਣੇ 'ਤੇ ਹੈ। ਪਰਾਏ ਹੱਕ ਨੂੰ ਰੱਖਣਾ ਨਹੀਂ, ਸਾਡੇ ਲਈ ਲੈਣਾ ਜਾਇਜ਼ ਨਹੀਂ ਹੈ। ਉਹ ਵੀ ਉਹਦੇ ਬਿਨਾਂ ਪੁੱਛਿਆ। ਕਹਿੰਦਾ ਜੀ ਚਲੋ ਠੀਕ ਹੈ। ਚੁੱਪ ਕੀਤਾ, ਬੈਠ ਗਿਆ ਭਾਈ ਮਰਦਾਨਾ। ਇਤਨੇ ਨੂੰ ਇੱਕ ਨੌਜਵਾਨ ਆਇਆ। ਆ ਕੇ ਉਹਨੇ ਕੀ ਕੀਤਾ, ਉਹੀ ਛੋਲਿਆਂ ਦੇ ਵਿੱਚੋਂ ਹੀ ਛੋਲੇ ਕੁਝ ਪੱਟ ਕੇ ਲਿਆਇਆ ਅਤੇ ਉਹਨੇ ਲਿਆ ਕੇ ਅੱਗੇ ਰੱਖ ਦਿੱਤੇ ਭਾਈ ਮਰਦਾਨਾ ਜੀ ਦੇ। ਅੱਗ ਲਾਈ, ਭੁੰਨ ਲਏ, ਛਕ ਲਏ, ਖਾ ਲਏ। ਸੇਵਾ ਕਰਦਾ ਰਿਹਾ ਅਤੇ ਪੁੱਛਿਆ ਭਾਈ ਮਰਦਾਨਾ ਜੀ ਨੇ ਵੀ ਇਹ ਕਿੱਥੋਂ ਲਿਆ, ਤੂੰ ਕੌਣ ਹੈ? ਉਹ ਕਹਿੰਦਾ ਜੀ ਮੈਂ ਇੱਥੇ ਇਹ ਕੰਮ ਆ ਇਸ ਖੇਤ ਦਾ, ਮੈਂ ਆਪਣੇ ਹਿੱਸੇ ਦੇ ਵਿੱਚੋਂ, ਮੇਰਾ ਵੀ ਹੱਕ ਹੈ ਇਹਦੇ ਵਿੱਚ, ਮੈਨੂੰ ਵੀ ਮਿਲਦਾ ਕੁਛ, ਉਹਦੇ ਵਿੱਚੋਂ ਮੈਂ ਲਿਆ ਸਕਦਾ, ਉਹ ਤੁਹਾਨੂੰ ਮੈਂ ਸੇਵਾ 'ਚ ਅਰਪਣ ਕੀਤੇ ਹੈ। ਸੇਵਾ ਕਰਦਿਆਂ ਪਤਾ ਹੀ ਨਹੀਂ ਲੱਗਿਆ ਸਮਾਂ ਕਦੋਂ ਲੱਗ ਗਿਆ। ਗੁਰੂ ਨਾਨਕ ਦੇਵ ਜੀ ਔਰ ਭਾਈ ਮਰਦਾਨਾ ਜੀ ਤੇ ਕਹਿੰਦੇ ਭਾਈ ਗੁਰਮੁਖਾ ਤੂੰ ਹੁਣ ਜਾ। ਭਾਈ ਮਰਦਾਨਾ ਜੀ ਲੇਟ ਗਏ, ਗੁਰੂ ਨਾਨਕ ਦੇਵ ਮਹਾਰਾਜ ਚੌਂਕੜਾ ਲਾ ਕੇ ਬੈਠ ਗਏ। ਮਹਾਰਾਜ ਤੇ ਨੀਂਦ ਭੁੱਖ ਤੋਂ ਉੱਤੇ ਹੀ ਸੀ। ਇਹ ਗੱਲਾਂ ਸਾਡੇ ਵਰਗੇ ਬੰਦਿਆਂ ਨੂੰ, ਆਲਸੀਆਂ ਨੂੰ ਨਹੀਂ ਪਤਾ ਲੱਗ ਸਕਦੀਆਂ। ਜਿਹੜੇ ਬੰਦਿਆਂ ਨੂੰ ਬੈਠਿਆਂ ਬਾਸੀਆਂ ਆਉਣ ਲੱਗ ਜਾਣ, ਨੀਂਦ ਆਉਣ ਲੱਗ ਜਾਏ, ਉਹ ਕਿਵੇਂ ਮੰਨ ਸਕਦਾ ਇਹ ਗੱਲ ਵੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੋਣੀ। ਜਿਹੜੇ ਬੰਦੇ ਨੂੰ ਵਾਰ ਭੁੱਖ ਲੱਗੀ ਜਾਂਦੀ ਹੈ, ਖਾਏ ਬਿਨਾਂ ਮੂੰਹ ਇੱਕ ਮਿੰਟ ਨਹੀਂ ਖੜ੍ਹਦਾ, ਉਹ ਬੰਦਾ ਇਹ ਗੱਲ ਮੰਨ ਸਕਦਾ ਕਿਤੇ ਵੀ ਭੁੱਖ ਨਹੀਂ ਲੱਗਦੀ ਹੋਣੀ ਗੁਰੂ ਨਾਨਕ ਦੇਵ ਜੀ ਨੂੰ? ਹਾਂ, ਉਹ ਮੰਨ ਸਕਦਾ ਜਿਹੜੇ ਬੰਦੇ ਇਸ ਅਵਸਥਾ ਵੀ ਦੀ ਲੰਘੇ। ਅੱਜ ਵੀ ਇਸ ਤਰ੍ਹਾਂ ਦੇ ਕਈ ਬੰਦੇ ਹਨ। ਕਈ ਮਹਾਤਮਾ ਬਾਰੇ ਮੈਂ ਸੁਣਿਆ, ਕਈ ਬੰਦੇ ਤਾਂ ਚੈਲੰਜ ਕਰਦੇ ਆ ਵੀ ਜੇ ਇੱਕ ਮਿੰਟ ਵੀ ਉਹਨੂੰ ਸੁੱਤੇ ਨੂੰ ਫੜ ਲਓ ਤਾਂ ਇੰਨਾ ਇਨਾਮ। ਸੌਂਦੇ ਹੀ ਨਹੀਂ। ਪਰ ਇਸ ਤਰ੍ਹਾਂ ਦੀ ਅਵਸਥਾ ਕੋਈ ਧੱਕੇ ਨਾਲ, ਜ਼ੋਰੀ ਨਾਲ ਵੀ ਮੈਂ ਸੌਵਾਂ ਨਾ ਇੱਦਾਂ ਧੱਕਾ ਕਰੇ ਤਾਂ ਕਮਲਾ ਹੋ ਸਕਦਾ। ਉਹ ਜਿਹੜੀ ਅਵਸਥਾ ਹੈ ਉਹ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੋ ਸਕਦੀ ਹੈ। ਤਿੱਥੈ ਊਂਘ ਨਾ ਭੁੱਖ ਹੈ, ਮਨ ਚੜ੍ਹਿਆ 10ਵੇਂ ਆਕਾਸ਼। 10ਵੇਂ ਦੁਆਰੇ ਵਿੱਚ ਚੜ੍ਹ ਜਾਏ, ਉੱਥੇ ਚੌਂਕੜਾ ਮਾਰ ਕੇ ਇੰਨਾ ਰਿਲੈਕਸ ਫੀਲ ਹੁੰਦਾ ਸਰੀਰ, ਇੰਨਾ ਐਨਰਜੀ ਨਾਲ ਭਰ ਜਾਂਦਾ, ਇੰਨੀ ਪਾਵਰ ਨਾਲ ਭਰ ਜਾਂਦਾ, ਜਿਵੇਂ ਛੋਟੀ ਜਿਹੀ ਬੈਟਰੀ ਵੱਡੇ ਟਰਾਂਸਫਾਰਮ ਦੇ ਨਾਲ ਲਾ ਦਿਓ, ਮਿੰਟ 'ਚ ਭਰ ਦਿੰਦੀ ਨਾ।
ਇਸ ਤਰੀਕੇ ਦੇ ਨਾਲ ਛੋਟਾ ਜਿਹੇ ਸਰੀਰ ਦੇ ਸਾਰੇ ਸੈੱਲ 1 ਸੈਕਿੰਡ 'ਚ ਚਾਰਜ ਹੋ ਜਾਂਦੇ ਜਦੋਂ ਸੁਰਤ ਜੁੜਦੀ ਹੈ। ਪਰ ਸਾਡੇ ਵਰਗੇ ਬੰਦਿਆਂ ਨੂੰ ਆ ਪ੍ਰਕਿਰਤੀ ਵਿੱਚੋਂ 5 ਤੱਤਾਂ ਦੀ ਇਹਦੇ ਵਿੱਚੋਂ ਸਾਨੂੰ ਲੈਣਾ ਪੈਂਦਾ। ਹੌਲੀ ਹੌਲੀ ਕਈ ਘੰਟਿਆਂ ਵਿੱਚ ਸਾਡਾ ਸਰੀਰ ਟੁੱਟੇ ਹੋਏ ਸੈੱਲਾਂ ਨੂੰ ਮੁੜ ਜੋੜਦਾ ਜਾਂ ਨਵੇਂ ਸੈੱਲ ਪੈਦਾ ਕਰਦਾ। ਬ੍ਰਹਮ ਗਿਆਨੀ ਤੱਤਵੇਤਿਆਂ ਲਈ ਇਹ ਗੱਲਾਂ ਨਹੀਂ ਹੁੰਦੀਆਂ। ਫਿਰ ਬਾਕੀ ਗੁਰੂ ਨਾਨਕ ਦੇਵ ਜੀ ਲਈ ਉਹ ਤਾਂ ਵੱਖਰੀ ਗੱਲ ਹੈ। ਫਿਰ ਭੁੱਖ ਦੀ ਗੱਲ, ਪ੍ਰਕਿਰਤੀ ਵਿੱਚ ਇਸ ਤਰ੍ਹਾਂ ਦੀ ਵੀ ਜੀਵ ਜੰਤੂ ਹੈ ਜਿਹੜੇ ਆਪਣਾ ਭੋਜਨ ਹਵਾ 'ਚੋਂ ਹੀ ਕਰ ਲੈਂਦੇ ਆ, ਧਰਤੀ 'ਚੋਂ ਅਤੇ ਹਵਾ 'ਚੋਂ, ਬਾਹਰੋਂ ਨਹੀਂ ਉਹਨਾਂ ਨੂੰ ਕੁਛ ਪਾਉਣਾ ਪੈਂਦਾ। ਪੇਡੇ ਪਾਓ, ਦੇਖੋ ਤੁਸੀਂ ਕਿੱਥੋਂ ਕਰਦੇ ਆ ਆਪਣਾ ਭੋਜਨ। ਤੁਸੀਂ ਆਖੋਗੇ ਧਰਤੀ 'ਚੋਂ, ਥੱਲੋਂ ਲੈਂਦੇ ਆ। ਕਈ ਪੇਡੇ ਐਡੇ ਆ ਗਮਲਿਆਂ 'ਚ ਲੋਕਾਂ ਨੇ ਲਾਏ ਹੋਏ ਆ ਬਾਈ। ਉਨੀ ਕਿ ਮਿੱਟੀ ਆ, ਨਾ ਮਿੱਟੀ ਘਟਦੀ ਆ ਉਹਨਾਂ ਦੀ, ਉਨੀ ਉਹ ਮਿੱਟੀ ਹੈ ਗਮਲੇ 'ਚ ਲੱਗੇ ਹੋਏ। ਉਹਨਾਂ ਦੀਆਂ ਜੜ੍ਹਾਂ ਕੋਈ ਧਰਤੀ 'ਚ ਨਹੀਂ ਹੈ, ਥੱਲੇ ਨਹੀਂ ਆ ਨਾ। ਉਨੀ ਮਿੱਟੀ ਸਦਾ ਹੀ ਰਹਿੰਦੀ ਹੈ, ਬਸ ਖੜ੍ਹੇ ਹੈ ਗਮਲੇ ਦੇ ਵਿੱਚ ਹੈ, ਹਵਾ 'ਚੋਂ ਆਪਣਾ ਲਈ ਜਾਂਦੇ ਆ। ਇਸ ਕਰਕੇ ਵਿਗਿਆਨ ਵੀ ਇਸ ਗੱਲ 'ਤੇ, ਇਸ ਚੀਜ਼ 'ਤੇ ਕੰਮ ਕਰ ਰਹੀ ਹੈ ਵੀ ਹਵਾ ਦੇ ਵਿੱਚ ਪਾਣੀ ਵੀ ਘੁਲਿਆ ਹੋਇਆ ਹੈ। ਹਵਾ ਦੇ ਵਿੱਚ ਇਹੋ ਜਿਹੇ ਸਾਰੇ ਤੱਤ ਨੇ ਜਿਨ੍ਹਾਂ ਦੇ ਨਾਲ ਬੰਦਾ ਜਿਉਂ ਸਕਦਾ, ਪਰ ਉਹ ਟੈਕਨੀਕ ਬੰਦੇ ਦੇ ਹਜੇ ਹੱਥ ਲੱਗੀ ਨਹੀਂ। ਕਈ ਸਾਰਿਆਂ ਦੇ ਲੱਗ ਗਈ। ਜਿਹੜੇ ਯੋਗ ਮਤ ਵਾਲੇ ਆ, ਯੋਗੀ ਲੋਕ ਯੋਗ ਮਤ ਵਾਲੇ ਗੱਲ ਮੰਨਦੇ ਆ ਵੀ ਇੱਦਾਂ ਹੋ ਸਕਦਾ। ਪਰ ਜਦੋਂ ਕੋਈ ਮਹਾਤਮਾ ਬਣ ਜਾਏ, ਜਦੋਂ ਕੋਈ ਬ੍ਰਹਮ ਦਾ ਬੇਤਾ ਬਣ ਜਾਏ, ਤੱਤ ਬੇਤਾ ਬਣ ਜਾਏ, ਅਤੇ ਫਿਰ ਉਹਦੇ ਕੋਲ ਸਾਰੇ ਭੇਦ ਆ ਜਾਂਦੇ ਆ। ਯੋਗ ਦੇ ਭੇਦ ਵੀ ਸਿਮਰਨ ਨਾਲ ਆ ਜਾਂਦੇ ਆ। ਸੁਣਿਆ ਯੋਗ ਜੁਗਤ ਤਨ ਭੇਦ ਜਪਜੀ ਸਾਹਿਬ ਵਿੱਚ। ਇਸ ਲਈ ਰਹੋ ਵਿਚਾਰ। ਗੁਰੂ ਨਾਨਕ ਦੇਵ ਜੀ ਚੌਂਕੜਾ ਲਾ ਕੇ ਬੈਠ ਗਏ ਸਿਮਰਨ ਵਿੱਚ, ਅਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਨੌਜਵਾਨ ਤੂੰ ਚਲਾ ਜਾ ਬਈ। ਉਦੋਂ ਪਹਿਲਾਂ ਬੈਠਣ ਤੋਂ ਪਹਿਲਾਂ ਇਹਨੂੰ ਆਖਿਆ ਨੌਜਵਾਨ ਨੂੰ, ਜਾ ਭਾਈ। ਉਹ ਕਹਿੰਦਾ ਜੀ ਮੈਂ ਤਾਂ ਹੁਣ ਹੋ ਗਿਆ ਲੇਟ, ਮੈਂ ਤਾਂ ਜਾ ਨਹੀਂ ਸਕਦਾ ਜੀ, ਹੁਣ ਦਰਵਾਜ਼ੇ ਸ਼ਹਿਰ ਦੇ ਬੰਦ ਹੋ ਗਏ। ਗੁਰੂ ਜੀ ਬਹੁਤ ਖੁਸ਼ ਹੋਏ ਉਹਦੇ ਉੱਤੇ, ਬੜੇ ਖੁਸ਼ ਹੋਏ ਅਤੇ ਬਚਨ ਕੀਤੇ ਕਿ ਭਾਈ ਤੂੰ ਪਰਮਾਤਮਾ ਦੀ ਸਿਫਤ ਵਿੱਚ ਜੁੜਿਆ, ਕੀਰਤਨ ਸੁਣਿਆ, ਤੂੰ ਬਾਦਸ਼ਾਹ ਹੋ ਜਾਏ, ਰਾਜਾ ਬਣ ਜਾਏ। ਨਾਨਕ ਸਿਫਤੀ ਰਤਿਆ ਜਾਓ ਬਹੁ ਸੁਲਤਾਨ। ਬਸ ਇੰਨੇ ਕੁ ਵਚਨ ਕੀਤੇ। ਮਹਾਰਾਜ ਆਪਣੇ ਆਨੰਦ 'ਚ ਬੈਠ ਗਏ। ਭਾਈ ਮਰਦਾਨਾ ਜੀ ਦੇ ਕੋਲ ਉਹ ਵੀ ਥੱਲੇ ਹੀ ਟੇਢਾ ਜਿਹਾ ਹੋ ਗਿਆ, ਥੋੜ੍ਹੇ ਟਾਈਮ ਦੇ ਲਈ ਲੇਟ ਗਿਆ। ਸਵੇਰ ਹੋਈ, ਅੰਮ੍ਰਿਤ ਵੇਲੇ ਉੱਠਿਆ ਉਹ ਨੌਜਵਾਨ। ਭਾਈ ਮਰਦਾਨਾ ਜੀ ਵੀ ਉੱਠੇ, ਗੁਰੂ ਪਾਤਸ਼ਾਹ ਜੀ ਵੀ। ਰਾਤ ਨੂੰ ਬੈਠਣ ਤੋਂ ਪਹਿਲਾਂ, ਲੇਟਣ ਤੋਂ ਪਹਿਲਾਂ ਦੇਖਿਆ ਕਰਦੇ ਸੀ ਵੀ ਜਲ ਕਿਤੇ ਨੇੜੇ ਹੈ ਜਿੱਥੇ ਜਲ ਵਰਤਿਆ ਜਾਵੇ ਸਵੇਰੇ ਇਸ਼ਨਾਨ ਪਾਣੀ ਦਾ। ਇਸ ਲਈ ਇਸ਼ਨਾਨ ਪਾਣੀ ਕੀਤਾ। ਉਹ ਨੌਜਵਾਨ ਵੀ ਉੱਠਿਆ, ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਸਵੇਰੇ ਟਾਈਮ ਜਲਦੀ ਨਾਲ ਚੱਲ ਪਿਆ। ਜਾ ਕੇ ਦਰਵਾਜ਼ੇ ਦੇ ਉੱਤੇ ਖੜ੍ਹ ਗਿਆ ਵੀ ਦਰਵਾਜ਼ਾ ਖੁੱਲ੍ਹੇ ਅਤੇ ਮੈਂ ਅੰਦਰ ਜਾਵਾਂ। ਪਰ ਰਾਤ ਨੂੰ ਇੱਕ ਐਸਾ ਭਾਣਾ ਵਰਤਿਆ ਕਿ ਪੁਰਾਣੇ ਟਾਈਮਾਂ 'ਚ ਇੱਦਾਂ ਦੀਆਂ ਗੱਲਾਂ ਹੋਇਆ ਕਰਦੀਆਂ ਸਨ, ਅੱਜ ਕੱਲ੍ਹ ਤਾਂ ਹੈ ਨਹੀਂ ਇੱਦਾਂ। ਇਸ ਤਰ੍ਹਾਂ ਹੋਇਆ ਕਿ ਸ਼ਹਿਰ ਦਾ ਰਾਜਾ, ਨਗਰ ਦਾ, ਇਲਾਕੇ ਦਾ ਜਿਹੜਾ ਰਾਜਾ ਸੀ ਉਹ ਮਰ ਗਿਆ। ਉਸ ਨਗਰ 'ਚ ਰਹਿੰਦਾ ਸੀ। ਆਖਿਆ ਵੀ ਕੌਣ? ਪਹਿਲੇ ਟਾਈਮਾਂ 'ਚ ਇਹ ਨਿਯਮ ਸੀ, ਜਿਹੜਾ ਮੰਤਰੀ ਹੁੰਦਾ ਸੀ ਉਹ ਰਾਜਾ ਨਹੀਂ ਸੀ ਬਣ ਸਕਦਾ। ਉਹਦਾ ਇੱਕ ਕਾਰਨ ਵੀ ਸੀ ਵੀ ਕਿਤੇ ਰਾਜੇ ਨੂੰ ਮੰਤਰੀ ਉਹ ਨਾ ਮਾਰ ਦੇਵੇ ਰਾਜਾ ਬਣਨ ਦੇ ਲਈ, ਵਜ਼ੀਰ ਹੈ ਜਿਹੜਾ। ਇਸ ਲਈ ਇਹ ਨਿਯਮ ਇਹ ਪੱਕਾ ਸੀ ਵੀ ਵਜ਼ੀਰ ਰਾਜਾ ਬਣੇ ਨਹੀਂ ਸੀ ਸਕਦਾ, ਹੋਰ ਕਿਸੇ ਨੂੰ ਬਣਾਉਣਾ ਪਊ। ਇਸ ਗੱਲ ਉੱਤੇ ਹੋਈ ਵੀ ਰਾਜਾ ਕਿਹਨੂੰ ਬਣਾਈਏ, ਹੁਣ ਕਿਹੜਾ ਆਪਣਾ ਨਾਮ ਪੇਸ਼ ਕਰੇ ਜਾਂ ਦੂਜਾ ਕਰੇ। ਉਹਦੇ 'ਚ ਰੌਲਾ ਵੀ ਪੈ ਸਕਦਾ ਸੀ ਵੀ ਇਹ ਨਹੀਂ ਨਾ ਮਾਰਤਾ ਹੋਵੇ ਰਾਜਾ। ਇਸ ਲਈ ਇਹ ਸਲਾਹ ਹੋਈ ਵੀ ਸਵੇਰ ਹੁੰਦੇ ਨੂੰ ਦਰਵਾਜ਼ਾ ਖੁੱਲ੍ਹਦਿਆਂ ਜਿਹੜਾ ਬੰਦਾ ਸਭ ਤੋਂ ਪਹਿਲਾਂ ਆਇਆ ਉਹ ਬੰਦੇ ਨੂੰ ਰਾਜਾ ਬਣਾ ਦਿਓ। ਦਰਵਾਜ਼ਾ ਖੋਲ੍ਹਿਆ, ਉਹ ਗਰੀਬ ਬੱਚਾ ਦਰਵਾਜ਼ੇ ਦੇ, ਬੱਚਾ ਕੀ ਨੌਜਵਾਨ ਸੀ, ਦਰਵਾਜ਼ੇ ਦੇ ਬਾਹਰ ਖੜ੍ਹਾ ਮਿਲਿਆ। ਬਸ
ਆਉਂਦੇ ਨੂੰ ਬੈਂਡ ਵਾਜੇ ਵੱਜਣ ਲੱਗ ਪਏ ਅਤੇ ਫੁੱਲਾਂ ਦੀ ਵਰਖਾ ਹੋਣ ਲੱਗ ਪਈ। ਫੜਿਆ ਅਤੇ ਤਖ਼ਤ 'ਤੇ ਬਿਠਾ ਦਿੱਤਾ, ਰਾਜ ਦੇ ਦਿੱਤਾ। ਗੁਰੂ ਜੀ ਕਹਿੰਦੇ ਨਾਨਕ ਸੋ ਸਾਲਾਹੀਆ ਜਿਸ ਵਸ ਸਭ ਕਿਛ ਹੋਏ। ਇਹ ਕੋਈ ਇੱਕ ਘਟਨਾ ਐਸੀ ਨਹੀਂ ਵੀ ਹੋ ਗਈ ਲੰਘ ਗਈ, ਮੁੜ ਕੇ ਹੋ ਨਹੀਂ ਸਕਦੀ। ਇਹ ਜਿਹੜੇ ਵਚਨ ਨੇ ਸਦੀਵੀ ਨੇ, ਤ੍ਰੈ ਕਾਲ ਆਬਾਦ ਨੇ, ਸਦਾ ਹੀ ਨੇ। ਗੁਰੂ ਜੀ ਕਹਿੰਦੇ ਵਾਹਿਗੁਰੂ ਦੀ ਸਿਫਤ ਕਰ, ਉਹਦੇ ਵਸ 'ਚ ਸਾਰਾ ਕੁਝ ਹੈ, ਉਹ ਤੋਂ ਬਾਹਰ ਕੁਛ ਵੀ ਨਹੀਂ। ਉਹਦੇ ਜ਼ੋਰ ਤੋਂ, ਉਹਦੇ ਹੁਕਮ ਤੋਂ, ਉਹਦੀ ਤਾਕਤ ਤੋਂ, ਉਹਦੇ ਵਸ 'ਚੋਂ ਕੁਛ ਵੀ ਬਾਹਰ ਨਹੀਂ। ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਚਾਰੇ ਦਿਸ਼ਾਵਾਂ 'ਚ ਉਹਨੇ ਆਪਣਾ ਬਲ ਰੱਖਿਆ ਹੋਇਆ, ਆਪਣੀ ਤਾਕਤ ਰੱਖੀ ਹੋਈ ਹੈ। ਜਿਵੇਂ ਆਮ ਤੌਰ 'ਤੇ ਬੰਦਿਆਂ ਨੂੰ ਵੇਖਦੇ ਨਾ, ਅਗਲਾ ਕਹਿੰਦਾ ਫਲਾਣੇ ਸ਼ਹਿਰ 'ਚ ਵੀ ਆਪਣੇ ਬੰਦੇ ਆ ਬਈ, ਉੱਥੇ ਵੀ ਆਪਣੇ ਬੰਦੇ ਹੈਗੇ, ਜੇ ਲੋੜ ਪੈ ਗਈ ਤਾਂ ਦੱਸਿਓ ਕੰਮ, ਉੱਧਰ ਜਾਓਗੇ ਤਾਂ ਉੱਧਰ ਵੀ ਆਪਣੇ ਬੰਦੇ ਆ, ਇੱਦਾਂ ਕਹਿੰਦਾ ਨਾ ਬੰਦਾ। ਇਹ ਬੰਦੇ ਦਾ ਬਲ ਹੁੰਦਾ। ਕਈ ਵਾਰ ਕਿਤੇ ਕਰੀਏ ਭਾਈ, ਉੱਥੇ ਲੋੜ ਪੈ ਗਈ, ਸੰਗਤ ਗਈ ਆ, ਉੱਥੇ ਫਸੇ ਹੋਏ ਆ ਬੰਦੇ, ਜਾਂ ਲੰਗਰ ਦੀ ਲੋੜ ਹੈ, ਜਾਂ ਕੋਈ ਮੁਸ਼ਕਿਲ ਪੇਸ਼ ਆ ਗਈ ਆ, ਕੋਈ ਹੀਲਾ ਹੋ ਸਕਦਾ, ਉਹ ਕਹਿੰਦਾ ਜੀ ਉੱਥੇ ਨਹੀਂ ਆਪਣਾ ਬਲ ਹੈ, ਉੱਥੇ ਕੋਈ ਆਪਣਾ ਬੰਦਾ ਹੈ ਨਹੀਂ ਜੀ, ਲਿੰਕ ਲੱਭਦੇ ਹਾਂ। ਪਰ ਹੁਣ ਗੁਰੂ ਮਹਾਰਾਜ ਜੀ ਗੁਰਬਾਣੀ ਵਿੱਚ ਪ੍ਰਮਾਤਮਾ ਬਾਰੇ ਕਹਿੰਦੇ ਚਾਤੁਰ ਦਿਸ਼ਾ ਕੀਨੋ ਬਲ ਆਪਣਾ। ਚਾਤੁਰ ਕਹਿੰਦੇ ਚਾਰ ਨੂੰ, ਦਿਸ਼ਾ ਕਹਿੰਦੇ ਆ ਦਿਸ਼ਾਵਾਂ ਨੂੰ, ਪੂਰਬ ਪੱਛਮ ਉੱਤਰ ਦਕਸ਼ਿਣ ਚਾਰੇ ਨੇ। ਗੁਰੂ ਜੀ ਕਹਿੰਦੇ ਜਿੱਧਰ ਮਰਜ਼ੀ ਚੱਲ ਜਾਓ, ਤੁਸੀਂ ਚੜ੍ਹਦੇ ਵੱਲ ਚੱਲ ਜਾਓ, ਛਿਪਦੇ ਵੱਲ ਚੱਲ ਜਾਓ, ਪੂਰਬ ਪੱਛਮ ਉੱਤਰ ਵੱਲ ਚੱਲ ਜਾਓ, ਦੱਖਣ ਵੱਲ ਚੱਲ ਜਾਓ, ਜਿੱਧਰ ਮੂੰਹ ਹੁੰਦਾ ਚੱਲ ਜਾਓ, ਦੁਨੀਆ ਦੇ ਕਿਸੇ ਖੂੰਜੇ 'ਤੇ ਖੜ੍ਹ ਜਾਓ। ਮਹਾਰਾਜ ਕਹਿੰਦੇ ਉਹਨੇ ਆਪਣਾ ਬਲ ਉੱਥੇ ਰੱਖਿਆ, ਉਹਦੀ ਤਾਕਤ ਉੱਥੇ ਵੀ ਹੈ ਜਿੱਥੇ ਹਰ ਆਰਾਧੀ ਤਿੱਥੈ ਹਰ ਮਿਤ ਸਹਾਈ। ਜਿੱਥੇ ਮਰਜ਼ੀ ਯਾਦ ਕਰ ਲਓ, ਉਹਦੇ ਹੱਥ 'ਚੋਂ ਕੁਛ ਵੀ ਕਿਤੇ ਵੀ ਘੱਟ ਨਹੀਂ ਹੈ। ਉਹ ਐਡਾ ਵੱਡਾ ਵਿਆਪਕ, ਇੰਨੀ ਤਾਕਤ ਦਾ ਮਾਲਕ ਹੈ। ਕਿਸੇ ਰਾਜੇ ਦੀ ਤਾਕਤ ਇੱਕ ਦੇਸ਼ 'ਚ ਹੋ ਸਕਦੀ, ਦੂਜੇ 'ਚ ਨਹੀਂ। ਕਿਸੇ MP ਦੀ ਤਾਕਤ, ਕਿਸੇ MLA ਦੀ ਤਾਕਤ ਇੱਕ ਹਲਕੇ 'ਚ ਹੋ ਸਕਦੀ, ਉਦੋਂ ਪਰੇ ਨਹੀਂ ਆ। ਥੋੜ੍ਹੇ ਦਿਨ ਪਹਿਲਾਂ ਲੋਕਡਾਊਨ 'ਚ ਦੇਖਿਆ ਹੀ ਆ, ਹਰਿਆਣੇ ਦੀ ਪੁਲਿਸ ਸਾਡੇ ਪੰਜਾਬ ਦੇ ਇੱਕ MLA ਨੂੰ ਕਿਵੇਂ ਜਲੀਲ ਕਰ ਰਹੀ ਸੀ। ਜਾਣ ਬੁੱਝ ਕੇ ਵੈਸੇ ਕਰਦੇ ਆ ਉਹ ਪੰਜਾਬੀਆਂ ਨੂੰ, ਉਹਨਾਂ ਦੇ ਅੰਦਰ ਈਰਖਾ ਨਹੀਂ ਉਹਨਾਂ ਦੇ ਅੰਦਰੋਂ ਜਾਂਦੀ, ਬਹੁਤ ਮਾੜੀ ਗੱਲ ਹੈ। ਪਰ ਇੱਕ ਗੱਲ ਦੇਖਣ ਨੂੰ ਮਿਲੀ, ਇਹ ਨਹੀਂ ਪਤਾ ਉਹ ਬੰਦਾ MLA ਸੀ ਜਿਹੜਾ, ਉਹਦਾ ਕਿੱਦਾਂ ਦਾ ਕਿਰਦਾਰ ਹੈ, ਮੈਂ ਤਾਂ ਉਹਨੂੰ ਜਾਣਦਾ ਨਹੀਂ। ਪਰ ਉਹ ਬੰਦੇ ਨੇ ਦੱਸਿਆ ਵੀ ਇਹ ਬੰਦਾ ਇਸ ਟਾਈਮ ਪ੍ਰੈਜ਼ੈਂਟ MLA ਹੈ। ਉਹ ਬੰਦਾ ਆਪ ਗੱਡੀ ਚਲਾ ਰਿਹਾ ਦੇਖੋ, ਪਰ ਉਹਨੇ ਉਹਨੂੰ ਰੋਕ ਕੇ ਜਾਣੀ ਆਖਿਆ ਵੀ ਇੱਥੇ ਲਿਆ ਸੱਦ ਕੇ, ਜਲੀਲ ਕੀਤਾ ਨਾ। ਅਤੇ ਇੱਥੇ ਜੇ ਆਪਣੇ ਹਲਕੇ 'ਚ ਹੁੰਦਾ, ਉਹ ਬੰਦੇ ਦੀ ਕਿੰਨੀ ਪਹਿਚਾਣ ਸੀ, ਕਿੰਨਾ ਜਾਣਨਾ ਸੀ ਉਹਨੂੰ, ਲੋਕਾਂ ਨੇ ਸਲੂਟ ਮਾਰਨੇ ਸੀ। ਇੱਥੋਂ ਇੱਕ ਗੱਲ ਸਿੱਧ ਹੁੰਦੀ ਹੈ, ਛੋਟੇ ਤੋਂ ਲੈ ਕੇ ਵੱਡੀ ਪਦਵੀ ਤੱਕ ਉਸ ਪਦਵੀ ਦਾ ਇੱਕ ਦੇਸ਼ ਹੈ, ਇੱਕ ਸਮਾਂ ਦੇਸ਼ ਕਾਲ 'ਚ ਵਰਤਦੀ ਆ ਉਹ, ਜਾਣੀ ਇੱਕ ਏਰੀਆ ਉਹਦਾ, ਉਨੀ ਕੁ ਥਾਂ 'ਚ ਉਹਨੂੰ ਜਾਣਿਆ ਜਾਂਦਾ। ਇੱਕ ਟਾਈਮ ਹੈ ਉਹਦਾ, ਇੰਨੇ ਟਾਈਮ ਤੋਂ ਇੰਨੇ ਟਾਈਮ ਤੱਕ ਰਹੇਗਾ। ਪਰ ਪ੍ਰਮਾਤਮਾ ਵਾਹਿਗੁਰੂ ਐਸਾ ਹੈ ਜਿਹਨੂੰ ਇਹ ਨਹੀਂ ਕਹਿ ਸਕਦੇ ਇਹ ਜਾਪਾਨ 'ਚ ਨਹੀਂ ਹੈ, ਚਾਈਨਾ 'ਚ ਨਹੀਂ ਹੈ, ਰਸ਼ੀਆ 'ਚ ਨਹੀਂ ਹੈ, ਇਟਲੀ 'ਚ ਨਹੀਂ ਹੈ, ਨਾ ਸਾਰੇ ਦੇਸ਼ਾਂ 'ਚ ਹੈ। ਕਿ ਸਰਵੱਤਰ ਦੇਸ਼ ਹੈ। ਆਹਾ ਜਾਪ ਸਾਹਿਬ ਕਹਿੰਦੇ ਸਾਰੇ ਦੇਸ਼ਾਂ 'ਚ ਵਿਆਪਕ ਹੈ। ਅਤੇ ਇਹ ਨਹੀਂ ਕਹਿ ਸਕਦੇ ਕਿ ਅੱਜ ਹੈ ਕੱਲ੍ਹ ਨੂੰ ਨਹੀਂ ਹੋਏਗਾ, ਕੱਲ੍ਹ ਸੀ, ਹੋ ਸਕਦਾ 5 ਸਾਲ ਪਹਿਲਾਂ ਨਾ ਹੋਵੇ। ਮਹਾਰਾਜ ਕਹਿੰਦੇ ਉਹ ਹਮੇਸ਼ਾ ਸੀ, ਹਮੇਸ਼ਾ ਹੈ, ਹਰ ਥਾਂ ਹੈ, ਔਰ ਕੋਈ ਵੀ ਕੰਮ ਇਹ ਨਹੀਂ ਕਹਿ ਸਕਦੇ ਉਹਦੇ ਵੱਸ ਤੋਂ ਬਾਹਰ ਹੈ। ਗੁਰੂ ਜੀ ਕਹਿੰਦੇ ਸਭ ਕੁਛ, ਮਹਾਰਾਜ ਕਹਿੰਦੇ ਹਨ ਜਿਸ ਵਸ ਸਭ ਕੁਛ ਹੋਏ, ਜਿਹਦੇ ਵਸ 'ਚ ਸਾਰਾ ਹੀ ਕੁਝ ਹੈ, ਨਾਨਕ ਸੋ ਸਾਲਾਹੀ ਹੈ, ਉਹਦੀ ਸਿਫਤ ਕਰਿਆ ਕਰ। ਕਿੰਨਾ ਵਧੀਆ ਤੁਹਾਨੂੰ ਤਰੀਕਾ, ਕਿੰਨੇ ਸੌਖੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਨੇ ਇਹ ਗੱਲ ਸਮਝਾ ਦਿੱਤੀ ਹੈ। ਤਿਸੈ ਸਰੇਵਿਹੁ ਪ੍ਰਾਣੀ ਹੋ, ਤਿਸ ਬਿਨ ਅਵਰ ਨ ਕੋਇ। ਤਿਸੈ ਸਰੇਵਿਹੁ ਪ੍ਰਾਣੀ ਹੋ, ਮਹਾਰਾਜ ਕਹਿੰਦੇ ਉਹਨੂੰ ਸੇਵੋ, ਉਹਨੂੰ ਯਾਦ ਕਰੋ। ਐ ਪ੍ਰਾਣੀ,
ਐ ਪ੍ਰਾਣਾਧਾਰੀ ਜੀਵ, ਐ ਇਨਸਾਨ, ਉਸ ਵਾਹਿਗੁਰੂ ਨੂੰ ਯਾਦ ਕਰਿਆ ਕਰ। ਤਿਸ ਬਿਨ ਅਵਰ ਨ ਕੋਇ, ਉਹ ਤੋਂ ਬਿਨਾਂ ਦੂਜਾ ਕੋਈ ਸਿਫਤ ਦੀ ਯੋਗਤਾ ਹੀ ਨਹੀਂ ਰੱਖਦਾ, ਕੋਈ ਸਿਫਤ ਕਰਾਉਣ ਦਾ ਹੱਕਦਾਰ ਹੀ ਨਹੀਂ ਹੈ। ਕਿਸੇ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਦੇਖੋ, ਉਹ ਤੋਂ ਬਿਨਾਂ ਕੋਈ ਉਹਦੇ ਬਰਾਬਰ ਕਿਸੇ ਨੂੰ ਆਖੇ ਵੀ ਉਹਦੇ ਬਰਾਬਰ ਹੋਵੇ, ਕੋਈ ਨਹੀਂ। ਕੋਈ ਦੇਵੀ, ਕੋਈ ਦੇਵਤਾ, ਕੋਈ ਬੰਦਾ, ਕੋਈ ਨਾ। ਹਾਂ, ਹੌਸਲਾ ਅਫਜ਼ਾਈ ਕਿਸੇ ਦੀ ਕੀਤੀ ਜਾ ਸਕਦੀ ਹੈ, ਸ਼ਲਾਘਾ ਕਿਸੇ ਦੀ, ਕਿਸੇ ਦੇ ਕੰਮ ਦੇ ਲਈ, ਪਰ ਉਹਦੇ ਪਿੱਛੇ ਇਹ ਕਾਰਨ ਹੁੰਦਾ ਕਿ ਉਹ ਬੰਦਾ ਛੋਟਾ ਹੁੰਦਾ, ਉਹਨੂੰ ਸਿਫਤ ਦੀ ਲੋੜ ਹੁੰਦੀ ਹੈ, ਉਹਦੀ ਸ਼ਲਾਘਾ ਦੀ ਲੋੜ ਹੁੰਦੀ, ਹੌਸਲਾ ਅਫਜ਼ਾਈ ਦੀ। ਜੇ ਨਾ ਕੀਤੀ ਜਾਏ, ਹੋ ਸਕਦਾ ਉਹ ਬੰਦਾ ਟੁੱਟ ਜਾਏ, ਉਹ ਕੰਮ ਨਾ ਕਰੇ। ਪਰ ਪ੍ਰਮਾਤਮਾ ਦੀ ਸਿਫਤ ਕਿਸੇ ਹੋਰ ਤਰੀਕੇ ਦੀ ਸਿਫਤ ਹੈ, ਜਿਹੜੀ ਅਸੀਂ ਕਿਸੇ ਦੀ ਦੂਜੇ ਦੀ ਕਰਦੇ ਹਾਂ ਆਮ। ਇਹਨੂੰ ਬਾਣੀ 'ਚ ਲੋਗਨ ਕੀ ਚਤੁਰਾਈ ਉਪਮਾ ਕਰਕੇ ਬਿਆਨ ਕੀਤਾ। ਚਤੁਰਾਈ ਭਰੀ ਉਪਮਾ ਹੁੰਦੀ ਹੈ। ਕਿਸੇ ਨੇ ਤੁਹਾਡੇ ਤੋਂ ਕੰਮ ਲੈਣਾ ਹੁੰਦਾ, ਕੋਈ ਤੁਹਾਨੂੰ ਪਿਆਰ ਕਰਦਾ ਹੁੰਦਾ ਵੀ ਇਹਦੀ ਹੌਸਲਾ ਅਫਜ਼ਾਈ ਕਰ ਦਈਏ ਤਾਂ ਕਿ ਇਹ ਬੰਦਾ ਅੱਗੇ ਚੱਲਦਾ ਰਹੇ, ਚੰਗਾ ਕੰਮ ਕਰ ਰਿਹਾ। ਉਹ ਵੀ ਉਸਤਤ ਦੀ ਗੱਲ ਬਾਣੀ 'ਚ ਆਈ ਹੈ, ਸੱਚਾ ਮਾਰਗ ਚੱਲਦੇ ਉਸਤਤ ਕਰੇ ਜਹਾਨ। ਪਰ ਜਿਹੜੀ ਸਿਫਤ ਰੱਬ ਦੀ ਹੈ ਕਿ ਤੂੰ ਵੱਡਾ ਹੈ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਉਸ ਮੁਕਾਮ 'ਤੇ, ਉਸ ਥਾਂ 'ਤੇ, ਉਸ ਟਿਕਾਣੇ 'ਤੇ ਉਹਦੀ ਬਰਾਬਰੀ ਦੇ ਯੋਗ ਰੱਖਣ ਦੀ ਯੋਗਤਾ ਕਿਸੇ 'ਚ ਨਹੀਂ ਵੀ ਰੱਬ ਜਿੱਡੀ ਸਿਫਤ ਕਿਸੇ ਦੀ ਕੀਤੀ ਜਾ ਸਕੇ। ਸਭ ਤੋਂ ਵੱਡਾ ਉਹੀ ਹੈ। ਇਸ ਲਈ ਆਪਣੀ ਜੀਅ ਦਾ, ਆਪਣੀ ਜਿੰਦ ਦਾ ਮਾਲਕ ਉਹਨੂੰ ਸਮਝੋ। ਐ ਇਨਸਾਨ, ਤਿਸ ਬਿਨ ਅਵਰ ਨਾ ਕੋਇ, ਹੋਰ ਕਿਸੇ ਨੂੰ ਆਪਣੀ ਜੀਵਨ ਦਾ, ਆਪਣੀ ਜ਼ਿੰਦਗੀ ਦਾ ਰਾਹਬਰ ਨਾ ਮੰਨੋ। ਉਸੇ 'ਤੇ ਭਰੋਸਾ ਰੱਖੋ। ਗੁਰਮੁਖ ਹਰਿ ਪ੍ਰਭ ਮਨ ਵਸੈ, ਤਾ ਸਦਾ ਸਦਾ ਸੁਖ ਹੋਇ। ਗੁਰਮੁਖ ਹਰਿ ਪ੍ਰਭ ਮਨ ਵਸੈ। ਗੁਰੂ ਜੀ ਕਹਿੰਦੇ ਨੇ ਗੁਰਮੁਖਾਂ ਦੇ ਹਰੀ ਵਾਹਿਗੁਰੂ ਪ੍ਰਮਾਤਮਾ ਮਨ ਵਿੱਚ ਵਸਦਾ ਹੈ, ਇਕੱਲਾ ਜ਼ੁਬਾਨ 'ਤੇ ਨਹੀਂ। ਮੁੱਖੋਂ ਬੋਲੀ ਜਾਂਦੇ ਪਰ ਮਨ ਕੁਛ ਹੋਰ ਹੁੰਦਾ ਨਾ। ਬਾਣੀ ਕਹਿੰਦੀ ਜਿਨ ਮਨ ਹੋਰ ਮੁੱਖ ਹੋਰ, ਤੇ ਕਾਂਢੇ ਕੱਚੇ ਆ ਸੇ ਕਾਂਢੇ ਕੱਚੇ। ਜਿਨ੍ਹਾਂ ਦੇ ਮਨ 'ਚ ਕੁਝ ਹੋਰ, ਮੂੰਹ 'ਚ ਕੁਝ ਹੋਰ, ਸੇ ਉਹ ਬੰਦੇ ਕੱਚੇ ਹੀ ਹੈ, ਆਖੇ ਜਾਂਦੇ ਆ। ਕਾਂਢੇ ਦਾ ਅਰਥ ਹੈ ਕਹੇ ਜਾਂਦੇ ਆ। ਮੂੰਹੋਂ ਕੁਝ ਹੋਰ, ਮੁੱਖੋਂ ਕੁਝ ਹੋਰ। ਮਹਾਰਾਜ ਕਹਿੰਦੇ ਨੇ ਤੁਸੀਂ ਮਨ 'ਚ ਵਸਾਓ ਉਹਨੂੰ। ਜਦੋਂ ਮਨ 'ਚ ਆ ਗਿਆ ਫਿਰ ਜ਼ੁਬਾਨ 'ਤੇ ਵੀ ਆ ਜਾਊ, ਫਿਰ ਸਾਰੀ ਕਿਰਿਆ 'ਚ ਆ ਜਾਏਗਾ। ਜੇ ਮਨ 'ਚ ਨਹੀਂ ਵਸਿਆ ਫਿਰ ਬਾਹਰਲੀਆਂ ਸਾਰੀਆਂ ਚੀਜ਼ਾਂ 'ਚ ਫਿੱਕਾਪਣ ਰਹੇਗਾ, ਦਿਖਾਵਾ ਰਹੇਗਾ, ਪਖੰਡ ਹੋ ਸਕਦਾ। ਇਸ ਲਈ ਧਰਮ ਜਿੱਥੇ ਬਾਹਰ ਦੀ ਗੱਲ ਕਰਦਾ ਉੱਥੇ ਅੰਦਰ ਦੀ ਗੱਲ ਕਰਦਾ। ਗੁਰੂ ਜੀ ਨੇ ਆਖਿਆ ਧਰਮ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਇੰਜੈਕਸ਼ਨ, ਇੱਕ ਹੁੰਦਾ ਇਨਫੈਕਸ਼ਨ। ਇੰਜੈਕਸ਼ਨ ਹੁੰਦਾ ਬਾਹਰੋਂ ਲਾਇਆ ਜਾਂਦਾ, ਇਨਫੈਕਸ਼ਨ ਹੁੰਦਾ ਜਿਹੜਾ ਪੈਦਾ ਹੁੰਦਾ ਅੰਦਰੋਂ ਬੰਦੇ ਦੇ, ਭਾਵੇਂ ਕਿਸੇ ਦੂਜੇ ਤੋਂ ਹੀ ਹੋ ਜੇ ਪਰ ਹੋਏਗਾ ਆਪਣੇ ਆਪ ਨੂੰ। ਇਨਫੈਕਟਡ ਫਿਰ ਮੰਨਿਆ ਜਾਂਦਾ ਵੀ ਹੈਗਾ ਬੰਦਾ। ਇਸੇ ਤਰੀਕੇ ਜਿਹੜਾ ਧਰਮ ਹੈ ਇਹ ਇੰਜੈਕਸ਼ਨ ਦੀ ਤਰ੍ਹਾਂ ਥੋਪਿਆ ਨਹੀਂ ਜਾ ਸਕਦਾ। ਅਸਲ ਧਰਮ ਹੈ ਜਿਹੜਾ, ਉਹਦੇ ਚਿੰਨ੍ਹ, ਉਹਦੀ ਮਰਿਆਦਾ, ਉਹਦੇ ਵਿੱਚ ਚੱਲਣ ਦਾ ਮਾਰਗ ਹੈ ਜਿਹੜਾ, ਉਹ ਇੱਕ ਨਿਯਮਬੱਧ ਹੋ ਸਕਦਾ ਹੈ। ਪਰ ਤੂੰ ਉਹਦੇ 'ਚ ਚੱਲ ਰਿਹਾ, ਚੱਲਣਾ ਚਾਹੀਦਾ, ਕਿੱਥੇ ਕੁ ਪਹੁੰਚਿਆ ਇਹ ਤੇਰਾ ਨਿੱਜੀ ਹੈ। ਤਦੇ ਜਦੋਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹਾਂਗੇ ਅਤੇ ਉਹਦੇ ਵਿੱਚ ਸਿੱਖ ਦਾ ਜੀਵਨ ਦੋ ਤਰ੍ਹਾਂ ਦਾ ਮੰਨਿਆ, ਇੱਕ ਪੰਥਕ ਰਹਿਣੀ, ਇੱਕ ਸਾਖੀ ਰਹਿਣੀ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਵਾਹਿਗੁਰੂ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਸਿੱਖ ਰਹਿਤ ਮਰਿਆਦਾ ਵੰਡੀ ਜਾਂਦੀ ਹੈ, ਸੰਗਤਾਂ ਦੀਆਂ ਰਾਵਾਂ ਲੈਣ ਲਈ ਆਉਂਦੀ ਹੈ ਹਲੇ ਉਹਦੇ ਵਿੱਚ ਦੋ ਤਰ੍ਹਾਂ ਦੀ ਰਹਿਣੀ ਦਾ ਗੱਲ ਜ਼ਿਕਰ ਕੀਤਾ। ਇੱਕ ਸ਼ਖਸੀ ਰਹਿਣੀ ਹੈ, ਇੱਕ ਪੰਥਕ ਰਹਿਣੀ ਹੈ। ਪੰਥਕ ਰਹਿਣੀ ਜਿਹੜੀ ਤੁਹਾਨੂੰ ਦੱਸੀ ਹੈ ਵੀ ਇਉਂ ਰਹਿਣਾ। ਜਿੱਥੇ ਪੰਥਕ ਰਹਿਣੀ ਹੈ ਉੱਥੇ ਨਾਲ ਸ਼ਖਸੀ ਰਹਿਣੀ ਦਾ ਜ਼ਿਕਰ ਕੀਤਾ ਵੀ ਤੇਰੀ ਨਿੱਜੀ ਜ਼ਿੰਦਗੀ ਇੱਦਾਂ ਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਵਾਹਿਗੁਰੂ ਵਾਹਿਗੁਰੂ ਸਿਮਰਨ ਦਾ ਜ਼ਿਕਰ ਹੈ, ਅੰਦਰੋਂ ਪ੍ਰੇਮ ਵਾਲਾ ਹੋਣਾ ਚਾਹੀਦਾ।
ਇੱਥੇ ਗੁਰੂ ਮਹਾਰਾਜ ਜੀ ਕਹਿੰਦੇ ਹੁਣ ਸਾਖੀ ਰਹਿਣੀ ਦੀ ਗੱਲ ਕਰ ਰਹੇ ਆ ਇੱਥੇ, ਜਿਹੜੀ ਤੇਰੀ ਨਿੱਜੀ ਜੀਵਨ ਤੇਰਾ। ਕਹਿੰਦੇ ਗੁਰਮੁਖ ਹਰ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਏ। ਸਦਾ ਸਦਾ ਸੁਖ ਤਾਂ ਹੀ ਹੋਏਗਾ ਜੀ ਗੁਰਮੁਖਾ ਹਰ ਪ੍ਰਭ ਮਨ ਵਸੈ, ਵਾਹਿਗੁਰੂ ਤੇਰੇ ਮਨ 'ਚ ਵਸੇਗਾ। ਪੰਥਕ ਰਹਿਣੀ ਹੋ ਸਕਦੀ ਹੈ, ਹੋਣੀ ਵੀ ਚਾਹੀਦੀ ਹੈ, ਉਹਦੇ ਬਿਨਾਂ ਵੀ ਗੱਲ ਨਹੀਂ ਬਣਦੀ। ਪੰਥ ਦਾ ਮਾਰਗ ਹੈ। ਜੇ ਕੋਈ ਕਹੇ ਜੀ ਮੈਂ ਨਾਮ ਜਪਦਾ ਨਾਮ ਜਪਦਾ, ਉਹ ਨਾਮਧਾਰੀ ਹੋ ਸਕਦਾ ਹੈ ਪਰ ਸਿੱਖ ਨਹੀਂ ਹੋ ਸਕਦਾ। ਗੁਰੂ ਸਾਹਿਬ ਦਾ ਸਿੱਖ ਅੰਮ੍ਰਿਤਧਾਰੀ ਹੈ। ਅਸੀਂ ਕਹਿੰਦੇ ਜੀ ਅੰਮ੍ਰਿਤਧਾਰੀ ਸਿੰਘ ਸਿੰਘਣੀ। ਸਿੱਖ ਨਾਮਧਾਰੀ ਤਾਂ ਨਹੀਂ ਕਹਾਉਂਦੇ ਆਪਣੇ ਆਪ ਨੂੰ। ਨਾਮਧਾਰੀ ਦਾ ਨਾਮ ਜਪਦਾ ਹੋ ਸਕਦਾ ਪਰ ਸਿੱਖ ਨਾਮਧਾਰੀ ਨਹੀਂ ਹੈਗੇ, ਅੰਮ੍ਰਿਤਧਾਰੀ ਹੈ। ਹਾਂ, ਅੰਮ੍ਰਿਤ ਪੰਜ ਪਿਆਰਿਆਂ ਵੱਲੋਂ ਦਿੱਤਾ ਅੰਮ੍ਰਿਤ ਵੀ ਛਕਦਾ ਹੈ। ਉੱਥੇ ਉਹ ਅੰਮ੍ਰਿਤ ਵੀ ਪ੍ਰਮਾਤਮਾ ਦਾ ਨਾਮ ਵੀ, ਨਾਮ ਅੰਮ੍ਰਿਤ ਜੋ ਪੰਜ ਪਿਆਰੇ ਬਖਸ਼ਦੇ ਆ, ਉਹਦਾ ਵੀ ਉਹ ਰਸੀਆ ਹੋਣਾ ਚਾਹੀਦਾ, ਅੰਮ੍ਰਿਤਧਾਰੀ ਹੈ। ਅਤੇ ਇਕੱਲਾ ਨਾਮ ਜਪਣ ਵਾਲੇ ਅਤੇ ਜਿੰਨੇ ਡੇਰਿਆਂ ਵਾਲੇ ਨੇ ਸਾਰੇ ਆਪੋ ਆਪਣੇ ਨਾਮ ਦਿੰਦੇ ਆ, ਉਹ ਕਹਿ ਸਕਦੇ ਆ। ਇਸ ਲਈ ਗੁਰੂ ਘਰ ਵਿੱਚ ਇਕੱਲੀ ਸ਼ਖਸੀ ਰਹਿਣੀ ਨਹੀਂ, ਪੰਥਕ ਰਹਿਣੀ ਵੀ ਆ। ਇਕੱਲੀ ਪੰਥਕ ਰਹਿਣੀ ਨਹੀਂ, ਸ਼ਖਸੀ ਰਹਿਣੀ ਵੀ ਆ। ਦੋਵੇਂ ਚੀਜ਼ਾਂ ਨਾਲ ਨਾਲ ਨੇ। ਤੇਰਾ ਪੰਥਕ ਬਾਹਰੀ ਤੌਰ 'ਤੇ ਤੂੰ ਸ੍ਰੀ ਸਾਹਿਬ ਵੀ ਪਾ ਲਈ, ਬਾਹਰੀ ਤੌਰ 'ਤੇ ਦਸਤਾਰ ਵੀ ਬੰਨ੍ਹ ਲਈ, ਬਾਹਰੀ ਤੌਰ 'ਤੇ ਤੂੰ ਦਾੜਾ ਵੀ ਰੱਖ ਲਿਆ, ਵਾਹ ਵਾਹ, ਬਹੁਤ ਚੰਗੀ ਗੱਲ ਹੈ। ਇਹ ਸੌਖਾ ਕੰਮ ਨਹੀਂ ਇਹ ਇੱਦਾਂ ਰੱਖਣਾ। ਆਮ ਬੰਦੇ ਥਿੜਕ ਜਾਂਦੇ, ਕਿਤੇ ਕੀਤਾ ਜਾਂਦਾ ਇੱਦਾਂ ਦਾ ਕੰਮ। ਕਕਾਰ ਪਾਉਣੇ, ਬਾਹਰੀ ਤੌਰ 'ਤੇ ਆਪਣੇ ਸਰੂਪ ਨੂੰ ਬਣਾਉਣਾ, ਇੱਕ ਜ਼ਿੰਮੇਵਾਰ ਬੰਦਾ ਬਣ ਜਾਂਦਾ ਜਦੋਂ ਇਹ ਕੁਝ ਕਰਦਾ। ਕਿਉਂ? ਤੁਸੀਂ ਵੇਖੋ ਬੱਸ ਦੇ ਵਿੱਚ ਕੋਈ ਬੰਦਾ, ਮਾੜਾ ਬੰਦਾ ਜਾਂ ਕੋਈ ਘੋਣ ਮੋਨ ਜਿਹੜਾ ਆਪਣੇ ਆਪ ਨੂੰ ਜੈਂਟਲਮੈਨ ਕਹਾਉਂਦਾ, ਮੈਂ ਤਾਂ ਨਹੀਂ ਮੰਨਦਾ ਵੀ ਜੈਂਟਲਮੈਨ ਹੁੰਦੇ ਆ, ਪਰ ਉਹ ਮੰਨਦੇ ਆ ਵੀ ਅਸੀਂ ਜੈਂਟਲਮੈਨ ਆ, ਅਸੀਂ ਬਹੁਤ ਵਧੀਆ ਬੰਦੇ ਆ। ਸੂਟ ਬੂਟ ਟਾਈ ਵਾਲਾ ਬੰਦਾ ਸਿਗਰਟ ਪੀਵੇ, ਸ਼ਰਾਬ ਪੀਤੀ ਹੋਵੇ, ਕੋਈ ਕਹਿੰਦਾ ਉਹਨੂੰ? ਕੋਈ ਨਹੀਂ। ਅਗਲਾ ਆਪ ਪਰੇ ਹੋ ਜਾਂਦਾ, ਅਗਲਾ ਕਹਿੰਦਾ ਸਾਈਡ 'ਤੇ ਹੋ ਜਾਓ, ਕੋਈ ਨਾ ਇਹਨੂੰ। ਪਰ ਕੋਈ ਦਾੜੀ ਵਾਲਾ, ਕੋਈ ਕੇਸਾਂ ਵਾਲਾ, ਪੀਣ ਦੀ ਗੱਲ ਦੂਰ ਹੈ, ਕਿਤੇ ਹੱਥ 'ਚ ਵੀ ਉਹਦੇ ਦਿਖ ਜੇ ਉੱਦਾਂ ਹੀ, ਹਰੇਕ ਬੰਦਾ ਹੀਗਾ ਕਰਦਾ ਵੀ ਇਹਨੂੰ ਕਹੀਏ ਵੀ ਤੂੰ ਆਹ ਕੀ ਕਰੀ ਜਾਂਦਾ। ਕਿਉਂ? ਕਿਉਂਕਿ ਜ਼ਿੰਮੇਵਾਰ ਬੰਦਾ ਉਹ। ਉਹਨੂੰ ਜਿਹੜੀ ਰਹਿਤ ਦਿੱਤੀ ਹੈ ਮਹਾਰਾਜ ਨੇ, ਉਹ ਦਸਤਾਰ ਬੰਨ੍ਹਦਿਆਂ ਹੀ, ਸ੍ਰੀ ਸਾਹਿਬ ਪਾਉਂਦਿਆਂ ਹੀ ਦੁਨੀਆ ਦਾ ਉੱਤੇ ਇੱਕ ਵਿਸ਼ਵਾਸ ਬਣ ਜਾਂਦਾ ਹੈ ਵੀ ਇਹ ਬੰਦਾ ਮਾੜਾ ਨਹੀਂ ਹੋ ਸਕਦਾ। ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਹੈ ਇਹ। ਅਤੇ ਅੱਜ ਕੋਈ ਜ਼ਿੰਮੇਵਾਰ ਬਣਨਾ ਚਾਹੁੰਦਾ, ਦੂਜੇ ਨੂੰ ਤਾਂ ਹਰ ਕੋਈ ਨਿੰਦੀ ਜਾਂਦਾ। ਅੱਜ ਬਥੇਰੇ ਤੁਸੀਂ ਦੇਖੋਗੇ ਉੱਠਦੇ ਆ ਕਲਾਕਾਰ ਹੈ ਜਿਹੜੇ, ਇੱਕ ਕਾਰਾਂ 'ਤੇ ਕਮੈਂਟ ਕਰਦੇ ਘੁਮਾ ਕੇ ਕਿਸੇ ਤਰੀਕੇ, ਕਿਤੇ ਕਿਸੇ ਨਾਟਕ ਵਿੱਚ ਸਿੱਖਾਂ ਨੂੰ ਨਿੰਦਿਆ ਜਾਂਦਾ ਬਰਾਬਰ। ਉਹ ਦੁਨੀਆ ਦੇ ਸਾਰੇ ਧਰਮਾਂ ਦੇ ਲੋਕ ਜਿੰਨੇ ਵੀ ਆ, ਆਪੋ ਆਪਣੀ ਜਗ੍ਹਾ ਠੀਕ ਹੈ, ਕੰਮ ਕਰ ਰਹੇ ਆ, ਪਰ ਆਪਾਂ ਤਾਂ ਸਿੱਖ ਦੀ ਗੱਲ ਕਰਦੇ ਹਾਂ। ਸਿੱਖ ਨੂੰ ਮਹਾਰਾਜ ਨੇ ਇਸ ਤਰ੍ਹਾਂ ਦਾ ਪਹਿਰਾਵਾ ਦਿੱਤਾ। ਸਿੱਖ ਜਦੋਂ ਆਪਣੇ ਪਹਿਰਾਵੇ 'ਚ ਆਉਂਦਾ, ਉਦੋਂ ਹੀ ਨਾਲ ਦੀ ਨਾਲ ਜਵਾਬਦੇਹ ਬਣ ਜਾਂਦਾ, ਸਮਾਜ ਦਾ ਵੀ, ਪੰਥ ਦਾ ਵੀ। ਕੋਈ ਗਲਤ ਕੰਮ ਕਰੇ, ਅਕਾਲ ਤਖਤ ਸਾਹਿਬ 'ਤੇ ਰਿਪੋਰਟ ਚਲੀ ਜਾਂਦੀ ਆ, ਬੰਦਾ ਜੀ ਇੱਦਾਂ ਕਰ ਰਿਹਾ ਹੈ। ਅਕਾਲ ਤਖਤ ਸਾਹਿਬ ਪੁੱਛਣ ਦਾ ਹੱਕਦਾਰ ਹੈ। ਚਿੱਠੀ ਪਾ ਕੇ ਪੁੱਛ ਸਕਦੇ, ਬੰਦਾ ਭੇਜ ਕੇ ਪੁੱਛ ਸਕਦੇ, ਪੰਜ ਪਿਆਰਿਆਂ ਦੇ ਵਿੱਚ ਸੱਦ ਕੇ ਪੁੱਛ ਸਕਦੇ, ਆਹ ਕੰਮ ਗਲਤ ਕਰ ਰਿਹਾ ਤੂੰ, ਤੇਰੀ ਆਹ ਗੱਲ ਗਲਤ ਸੀ। ਚਲੋ, ਇਹ ਹੋ ਗਈ ਪੰਥਕ ਰਹਿਣੀ। ਪਰ ਹੁਣ ਅਕਾਲ ਤਖਤ ਸਾਹਿਬ ਨੇ ਇਹ ਥੋੜ੍ਹਾ ਪੁੱਛਣਾ ਤੂੰ ਕਿੰਨਾ ਸਿਮਰਨ ਕੀਤਾ ਕਿ ਨਹੀਂ ਕੀਤਾ, ਤੇਰਾ ਮਨ ਕਿੱਦਾਂ ਦਾ ਕਿੱਦਾਂ ਦਾ ਨਹੀਂ। ਉੱਥੋਂ ਦੱਸਿਆ ਜਾ ਸਕਦਾ ਸਿੱਖ ਇੱਦਾਂ ਕਰੇ ਭਾਈ, ਪਰ ਉਹ ਤੂੰ ਜਾਣਦਾ, ਤੇਰਾ ਗੁਰੂ ਜਾਣਦਾ। ਉਹ ਗੁਰੂ ਜੀ ਦੱਸ ਰਹੇ ਆ, ਕਹਿੰਦੇ ਭਾਈ ਗੁਰਮੁਖ ਹਰ ਪ੍ਰਭ ਮਨ ਵਸੈ। ਤੂੰ ਜਿੱਥੇ ਬਾਹਰੋਂ ਜ਼ਿੰਮੇਵਾਰ ਬਣ ਗਿਆ, ਬਾਹਰੀ ਤੌਰ 'ਤੇ ਇਸ ਤਰ੍ਹਾਂ ਦੀ ਤੇਰੀ ਦਿੱਖ ਬਣ ਗਈ ਕਿ ਦੁਨੀਆ ਦੇ ਵਿੱਚ ਤੂੰ ਜ਼ਿੰਮੇਵਾਰ ਹੈ, ਉੱਥੇ ਹੁਣ ਆਪਣੇ ਮਨ ਦੀ ਘਾੜਤ ਵੀ ਘੜ। ਕਿਉਂਕਿ ਜਿੰਨਾ ਚਿਰ ਮਨ ਨਹੀਂ ਨਾ ਘੜਿਆ, ਮਨ ਤੋਂ ਘੜੇ ਬੰਦੇ, ਬਾਹਰੀ ਕਿਰਦਾਰ, ਜਿਨ੍ਹਾਂ ਬੰਦਿਆਂ ਦਾ ਅੰਦਰੋਂ ਕਿਰਦਾਰ ਨਹੀਂ ਬਣਿਆ, ਉਹ ਬਾਹਰੀ ਲਿਬਾਸ ਦੇ ਉੱਤੇ ਵੀ ਉਂਗਲ ਚਕਵਾ ਦਿੰਦੇ ਆ, ਕਿਉਂਕਿ ਮਨ ਨਹੀਂ ਉਸ ਤਰ੍ਹਾਂ ਦਾ। ਫਿਰ ਤੁਹਾਨੂੰ ਬੜੀਆਂ ਆਉਣਗੀਆਂ ਫਿਰ ਇੱਦਾਂ ਦੀਆਂ ਗੱਲਾਂ, ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਰਪੇਸ਼ ਆਉਂਦੀਆਂ। ਫਲਾਂ ਬੰਦਾ ਜੀ ਉੱਥੇ ਦੇਖਿਆ ਜੀ, ਉਹ ਕਕਾਰਧਾਰੀ ਸੀ, ਜਿਸ ਤਰ੍ਹਾਂ ਦੇ ਗਲਤ ਕੰਮ ਕਰ ਰਿਹਾ ਸੀ, ਆਹ ਕਰ ਰਿਹਾ ਸੀ। ਕਿਉਂ? ਕਿਉਂਕਿ ਉਹ ਬੰਦੇ ਨੇ ਪੰਥਕ ਰਹਿਣੀ ਅਖਤਿਆਰ ਕੀਤੀ, ਠੀਕ ਹੈ,
ਪਰ ਹੁਣ ਮਨ ਨਹੀਂ ਹਜੇ ਉਹਦਾ ਵੱਜਾ। ਇਸ ਲਈ ਗੁਰੂ ਜੀ ਕਹਿ ਰਹੇ ਆ, ਕਹਿੰਦੇ ਵੀ ਤੂੰ ਹੁਣ ਮਨ ਨੂੰ ਵੀ ਦ੍ਰਿੜ ਕਰ, ਗੁਰਮੁਖ ਹਰ ਪ੍ਰਭ ਮਨ ਵਸੈ, ਤਾਂ ਸਦਾ ਸਦਾ ਸੁਖ ਹੋਏ। ਗੁਰਮੁਖਾ, ਵਾਹਿਗੁਰੂ ਦਾ ਨਾਮ ਅਗਰ ਤੇਰੇ ਮਨ ਵਿੱਚ ਵਸ ਜਾਏ, ਹਿਰਦੇ ਵਿੱਚ ਟਿਕ ਜਾਏ, ਤੂੰ ਨਾਮ ਦਾ ਅਭਿਆਸੀ ਹੋ ਜਾਏ, ਤਾਂ ਸਦਾ ਸਦਾ ਸੁਖ ਹੋਏ, ਤਾਂ ਸਦਾ ਸਦਾ ਸੁਖ ਹੋ ਸਕਦਾ ਹੈ। ਆਹ ਗੱਲ ਗੁਰੂ ਅਮਰਦਾਸ ਜੀ ਸਮਝਾ ਰਹੇ, ਪਰ ਸਮਝੇ ਕੋਈ, ਇਉਂ ਕਹਿ ਰਿਹਾ। ਫਿਰ ਕਹਿੰਦੇ ਸਦਾ ਲਈ ਸੁਖ ਹੋਏਗਾ, ਹਮੇਸ਼ਾ। ਜੇ ਤੂੰ ਆਪਣੇ ਮਨ ਵਿੱਚ ਸ਼ਬਦ ਨੂੰ, ਸਿਮਰਨ ਨੂੰ ਟਿਕਾ ਲਵੇਂ, ਅਗਰ ਹਿਰਦੇ ਦੇ ਨਾਲ ਵਾਹਿਗੁਰੂ 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 ਬੋਲੋ, ਵਾਹਿਗੁਰੂ 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 ਵਾਹਿਗੁਰੂ, ਇੱਦਾਂ ਕਿਤੇ ਤੇਰਾ ਅੰਦਰੋਂ ਬੋਲਣ ਲੱਗ ਜਾਏ, ਤੇਰਾ ਪਿਆਰ ਪੈ ਜਾਏ ਨਾਮ ਦੇ ਨਾਲ, ਬੈਠ ਕੇ ਟਾਈਮ ਸਮਾਂ ਲਾਉਣ ਲੱਗ ਜਾਏ, ਕਹਿੰਦੇ ਫਿਰ ਸਦਾ ਸਦਾ ਸੁਖ ਹੋਏ। ਫਿਰ ਉਹ ਸੁਖ ਹੋਏਗਾ ਜਿਹੜਾ ਹਮੇਸ਼ਾ ਹੀ ਰਹਿਣਾ, ਟੁੱਟਣਾ ਹੀ ਨਹੀਂ। ਇਹ ਦੱਸ ਰਹੇ ਗੁਰੂ ਅਮਰਦਾਸ ਜੀ। ਸਹਿਸਾ ਮੂਲ ਨਾ ਹੋਵਈ, ਸਭ ਚਿੰਤਾ ਵਿੱਚ ਹੋ ਜਾਏ। ਸਹਿਸਾ ਮੂਲ ਨਾ ਹੋਵੇ, ਫਿਰ ਸ਼ੰਕਿਆਂ 'ਚ ਨਹੀਂ, ਉਹਨੂੰ ਨਹੀਂ ਸ਼ੰਕਾ ਹੁੰਦਾ। ਸ਼ੰਕਾ ਹੁੰਦਾ ਹੀ ਉਦੋਂ ਹੈ ਜਦੋਂ ਨਾਮ 'ਚ ਨਾ ਜੁੜਿਆ ਹੋਵੇ ਬੰਦਾ। ਅੱਜ ਕਈ ਬੰਦਿਆਂ ਨੂੰ ਦੇਖਦੇ ਹਾਂ ਜੀ, ਫਲਾਣੇ ਬੰਦੇ ਦੇ ਪਿੱਛੇ ਜੀ ਨੌਜਵਾਨ ਵੜੇ ਆ। ਮੈਂ ਕਿਹਾ ਵੀ ਅਸੀਂ ਬਥੇਰੇ ਨੌਜਵਾਨਾਂ ਨੂੰ ਮਿਲਦੇ, ਸਾਡੇ ਕੋਲ ਬਥੇਰੇ ਨੌਜਵਾਨ ਨੇ, ਅਸੀਂ ਆਪ ਇਹੋ ਜਿਹੇ ਸਿੰਘਾਂ ਨੂੰ ਜਾਣਦੇ ਜਿਹੜੇ ਜਵਾਨੀ 'ਚ ਪੈਰ ਰੱਖਦੇ ਆ। ਇੱਕ ਤਾਂ ਪਹਿਲੀ ਗੱਲ ਤਾਂ ਇਹ ਕਹਿਣੀ ਛੱਡ ਦਿਓ ਵੀ ਫਲਾਣੇ ਬੰਦੇ ਦੇ ਪਿੱਛੇ ਨੌਜਵਾਨ ਬੜੇ ਆ, ਇੱਕ ਗੱਲ। ਚਲੋ ਦੂਜੀ ਗੱਲ, ਕੁਛ ਬੰਦੇ ਉਹਦੇ ਪਿੱਛੇ ਹੋਣਗੇ, ਕਿਸੇ ਦੇ ਵੀ, ਕਿਸੇ ਮਤਲਬ ਕਿਸੇ ਸ਼ਖਸੀਅਤ ਨੂੰ ਨਹੀਂ ਮੈਂ ਰੱਖ ਰਿਹਾ, ਉੱਦਾਂ ਗੱਲ ਕਰ ਰਿਹਾ। ਕਿਸੇ ਦੇ ਪਿੱਛੇ ਨੌਜਵਾਨ ਕੁਛ ਹੋਣਗੇ, ਪਰ ਦੂਜੇ ਪਾਸੇ ਉਹਦੇ ਪਿੱਛੇ, ਕਿਸੇ ਬੰਦੇ ਦੇ ਪਿੱਛੇ ਲੱਗੇ ਨੌਜਵਾਨਾਂ ਨੂੰ ਜਦੋਂ ਪੁੱਛਦੇ ਹਾਂ ਕੋਈ ਗੱਲ, ਉਹ ਇਹ ਹਮੇਸ਼ਾ ਇਹੀ ਗੱਲ ਕਹਿੰਦੇ ਵੀ ਸਾਨੂੰ ਨਹੀਂ ਪਤਾ ਲੱਗਦਾ ਜੀ ਅਸੀਂ ਕਿਹਦੇ ਪਿੱਛੇ ਤੁਰੀਏ, ਕਿਉਂ ਉਹ ਫਲਾਣਾ ਇਉਂ ਕਹਿੰਦਾ, ਉਹ ਬਾਬਾ ਇਉਂ ਕਹਿੰਦਾ, ਉਹ ਭਾਈ ਇਉਂ ਕਹਿੰਦਾ। ਹੁਣ ਇਹ ਤੋਂ ਕੀ ਸਿੱਧ ਹੁੰਦਾ, ਇਹ ਤੋਂ ਪਤਾ ਲੱਗਦਾ ਵੀ ਉਹ ਬੰਦਾ ਸਿਰਫ ਕਨਫਿਊਜ਼ ਕਰ ਰਿਹਾ, ਉਹਨਾਂ ਨੂੰ ਦੁਬਿਧਾ 'ਚ ਪਾ ਰਿਹਾ, ਭੰਬਲ 'ਚ ਪਾ ਰਿਹਾ। ਕਿਉਂ ਉਹ ਆਪ ਅਧੂਰਾ ਗਿਆਨ ਚੁੱਕੀ ਫਿਰਦਾ ਅਤੇ ਲੋਕਾਂ ਨੂੰ ਅਧੂਰਾ ਗਿਆਨ ਵੰਡ ਰਿਹਾ ਹੈ। ਅਤੇ ਉਹ ਬੰਦੇ ਅਧੂਰਾ ਗਿਆਨ ਲੈ ਕੇ ਅਧੂਰੇ ਆ, ਕਨਫਿਊਜ਼ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਰੀਏ ਕੀ। ਜੇ ਉਹਨਾਂ ਨੂੰ ਪੁੱਛ ਲਈਏ ਕੋਈ ਬਾਣੀ ਦੀ ਗੱਲ ਕੋਈ, ਉਹ ਕਹਿਣਗੇ ਜੀ ਸਾਨੂੰ ਇਹ ਨਹੀਂ ਪਤਾ ਜੀ। ਪਰ ਦੂਜੀ ਗੱਲ ਫਿਰ ਕਹਿਣਗੇ ਕਿਹਦੇ ਪਿੱਛੇ ਲੱਗੀਏ ਜੀ। ਮੈਂ ਤਾਂ ਇਹ ਗੱਲ ਕਹਿਣਾ ਕਿ ਕਿਸੇ ਬੰਦੇ ਦੇ ਪਿੱਛੇ ਨਾ ਲੱਗਿਓ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੂਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੰਨੇਗਾ, ਪੰਥਕ ਰਹਿਣੀ ਵਾਲਾ ਹੋਏਗਾ, ਗੁਰੂਆਂ ਦੀ ਬਾਣੀ, ਦਸਮ ਪਾਤਸ਼ਾਹ ਦੀ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ, ਸਾਡੇ ਗੌਰਵਮਈ ਇਤਿਹਾਸ ਨੂੰ ਪੜ੍ਹੇਗਾ, ਸੁਣੇਗਾ, ਵਾਚਣ ਵਾਲਾ ਹੋਏਗਾ, ਉਹਦੇ ਸੰਸ਼ੇ ਸਾਰੇ ਨਿਵਰਤ ਹੋ ਜਾਣਗੇ, ਉਹਨੂੰ ਸ਼ੰਕਾ ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਇਹ ਜਾਣ ਲਿਓ, ਜਿੰਨੇ ਵੀ ਸ਼ੰਕਾਲੂ ਹੈ, ਸ਼ੰਕਾਵਾਦੀ ਹੈ, ਉਹ ਆਪਣੇ ਗੌਰਵਮਈ ਇਤਿਹਾਸ ਤੋਂ ਅਧੂਰੇ ਆ। ਆਪਣੀ ਅੰਮ੍ਰਿਤ ਬਾਣੀ ਦੀ ਉਹਨਾਂ ਨੂੰ ਸਮਝ ਨਹੀਂ, ਗੁਰੂ ਦੀ ਬਾਣੀ ਦੀ ਉਹਨਾਂ ਨੂੰ ਸੋਝੀ ਨਹੀਂ। ਜੇ ਉਹ ਬਾਣੀ ਨਾਲ ਜੁੜੇ ਹੋਣ, ਆਪਣੇ ਇਤਿਹਾਸ ਨਾਲ ਜੁੜੇ ਹੋਣ, ਉਹਨਾਂ ਨੇ ਆਪਣੇ ਲਿਟਰੇਚਰ ਨੂੰ ਪੜ੍ਹਿਆ ਹੋਵੇ ਅਤੇ ਗੁਰਬਾਣੀ ਅਰ ਨਾਮ ਨਾਲ ਜੁੜੇ ਹੋਣ, ਅਤੇ ਗੁਰੂ ਅਮਰਦਾਸ ਜੀ ਉਹ ਕਹਿ ਗਏ ਸੀ ਦਸਮ ਪਾਤਸ਼ਾਹ, ਅਤੇ ਬਾਅਦ ਵਿੱਚ ਕਿਤੇ ਆ ਕੇ ਕਿਹਾ ਨਾ ਉਹਨਾਂ ਨੇ, ਉਦੋਂ ਬਾਅਦ ਤਾਂ ਕਿੰਨੀ ਬਾਣੀ ਹੋਰ, ਕਿੰਨਾ ਸਾਹਿਤ ਹੋਰ, ਕਿੰਨੀਆਂ ਸ਼ਹਾਦਤਾਂ ਹੋਰ ਹੋ ਗਈਆਂ। ਇਹ ਤੀਜੇ ਪਾਤਸ਼ਾਹ ਦਾ ਵਚਨ ਹੈ, ਤੀਜੇ ਪਾਤਸ਼ਾਹ ਹੀ ਕਹੀ ਜਾਂਦੇ ਆ। ਕਹਿੰਦੇ ਸਹਿਸਾ ਮੂਲ ਨਾ ਹੋਵਈ, ਸਭ ਚਿੰਤਾ ਵਿੱਚ ਹੋ ਜਾਏ। ਉਹਨੂੰ ਸ਼ੰਕਾ ਹੋ ਹੀ ਨਹੀਂ ਸਕਦਾ, ਸਹਿਸਾ ਹੋ ਹੀ ਨਹੀਂ ਸਕਦਾ। ਚਿੰਤਾਵਾਂ ਖਤਮ, ਚਿੰਤਾ ਨਹੀਂ ਹੋ ਸਕਦੀ ਕਿਸੇ ਤਰ੍ਹਾਂ ਦੀ। ਕਿਉਂ? ਚਿੰਤਾ ਉਦੋਂ ਹੁੰਦੀ ਬੰਦੇ ਨੂੰ ਜਦੋਂ ਕੋਈ ਰਾਹ ਨਹੀਂ ਲੱਭਦਾ। ਗੁਰਸਿੱਖ ਦੇ ਕੋਲ ਹਮੇਸ਼ਾ ਰਸਤਾ ਹੁੰਦਾ। ਗੁਰਸਿੱਖ ਦੇ ਕੋਲ ਹਮੇਸ਼ਾ ਭਰੋਸੇ ਦਾ ਭਾਂਬੜ ਬਲਦਾ ਹੁੰਦਾ ਉਹਦੇ ਅੰਦਰ। ਉਹਨੂੰ ਪਤਾ ਇੱਕ ਦਰਵਾਜ਼ਾ ਬੰਦ ਹੋਇਆ ਅਤੇ 100 ਦਰਵਾਜ਼ੇ ਰੱਬ ਨੇ ਖੋਲ੍ਹੇ ਆ ਨਾਲ। ਉਹਦੀ ਆਸ ਹੁੰਦੀ ਹੈ
ਇਸ ਦੁਨੀਆ ਦੇ ਦਰਵਾਜ਼ੇ ਬੰਦ ਹੁੰਦੇ ਤਾਂ ਵੀ ਉਹਦੇ ਕੋਲ ਅੱਖਾਂ ਬੰਦ ਹੁੰਦਿਆਂ ਵੀ ਉਹਨੂੰ ਆਸ ਹੈ ਕਿ ਮੇਰਾ ਗੁਰੂ ਮੈਨੂੰ ਰੱਖੇਗਾ। ਇੱਥੇ ਨਹੀਂ, ਦਰਗਾਹ ਦੇ ਵਿੱਚ ਮੇਰਾ ਗੁਰੂ ਮੇਰੇ ਨਾਲ ਖੜ੍ਹਾ ਹੈ। ਉਹਨੂੰ ਚਿੰਤਾ ਕਾਹਦੀ? ਉਹਨੂੰ ਕਿਸੇ ਦੀ ਚਿੰਤਾ ਨਹੀਂ। ਉਹ ਸ਼ਹਾਦਤ ਵੀ ਦੇ ਦਿੰਦਾ ਹੈ, ਉਹਨੂੰ ਚਿੰਤਾ ਨਹੀਂ। ਉਹਦੇ ਸਾਹਮਣੇ ਆਰੇ ਦੇ ਦੰਦੇ ਤਿੱਖੇ ਕਰਦਾ ਹੈ, ਉਹਦੇ ਸਾਹਮਣੇ ਜਲਾਦ ਰੰਬੀ ਨੂੰ ਤੇਜ਼ ਕਰਦਾ ਖੋਪੜ ਲਾਉਣ ਦੇ ਲਈ। ਉਹਨੂੰ ਚਿੰਤਾ ਤੁਰ ਨਹੀਂ ਪਾਇਆ ਜਾਂਦਾ। ਚਿੰਤਾ ਕਰਕੇ ਦੁਖੀ ਨਹੀਂ ਦਿਸਦਾ, ਉਹਦੇ ਮੱਥੇ 'ਤੇ ਤਿਉੜੀ ਨਹੀਂ ਦਿਸਦੀ। ਕਿਉਂਕਿ ਨਾਮ ਨਾਲ ਜੁੜਿਆ ਹੋਇਆ। ਚਿੰਤਾ ਵਿੱਚੋਂ ਜਾਏ, ਚਿੰਤਾ ਦੀ ਜੜੇ ਟੁੱਟ ਗਈ ਉਹਦੇ ਅੰਦਰੋਂ, ਕੀ ਉਹਨੂੰ ਫੁੱਲ ਕੀ ਫਲ ਲੱਗਣੇ? ਜਿਹਦੀ ਜੜੇ ਟੁੱਟ ਗਈ। ਪੇੜ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ, ਉਹਦੀਆਂ ਟਾਹਣੀਆਂ ਟੁੱਟ ਜਾਂਦੀਆਂ। ਜਿਹਦੇ ਅੰਦਰੋਂ ਹੀ ਚਿੰਤਾ ਉੱਡ ਗਈ, ਨਾਮ ਨੇ ਘਰ ਕਰ ਲਿਆ ਹੈ, ਫਿਰ ਉਹਦੇ ਮੱਥੇ 'ਤੇ ਕੀ ਤਿਉੜੀ, ਉਹਦੇ ਮੱਥੇ 'ਤੇ ਕੀ ਪਸੀਨਾ, ਉਹਦੇ ਬੁੱਲ੍ਹਾਂ ਦੇ ਉੱਤੇ ਕੀ ਫਰਫਰਾਹਟ, ਉਹਦੇ ਸਰੀਰ ਦੇ ਵਿੱਚ ਕਾਹਦੀ ਤੀਜੀ ਕਾਹਦੀ ਤਿਲਮਿਲਾਹਟ। ਉਹਦੇ ਵਰਗਾ ਸਕੂਨ ਅਤੇ ਸਹਿਜ ਦੁਨੀਆ ਦੇ ਵਿੱਚ ਦੁਨੀਆ ਦੀ ਵੱਡੀ ਤੋਂ ਵੱਡੀ ਸਲਤਨਤ ਦੇ ਬਾਦਸ਼ਾਹ ਕੋਲ ਵੀ ਨਹੀਂ ਹੋ ਸਕਦਾ। ਕਹਿੰਦੇ ਨੇ ਉਹਦੇ ਅੰਦਰੋਂ ਉੱਡ ਗਈ ਚਿੰਤਾ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਹੁਣ ਉਹ ਸਹਿਜ 'ਚ ਟਿਕ ਗਿਆ, ਹੁਕਮ ਵਿੱਚ ਟਿਕ ਗਿਆ। ਹੁਣ ਹੁਕਮ ਵਿੱਚ ਜੋ ਹੋ ਰਿਹਾ ਉਹ ਕੁਛ ਨਹੀਂ ਕਹਿੰਦਾ। ਉਹ ਹੁਕਮ ਨੂੰ ਮੰਨਦਾ ਸੁਣਦਾ ਔਰ ਹੁਕਮ ਨਾਲ ਉਹਦੀ ਪਹਿਚਾਣ ਹੋ ਜਾਂਦੀ। ਸਾਨੂੰ ਹਜੇ ਹੁਕਮ ਦੀ ਸੋਝੀ ਨਹੀਂ ਹੋਈ, ਤਦੇ ਅਸੀਂ ਕਿਸੇ ਨਾ ਕਿਸੇ ਦੀ ਕੋਈ ਗੱਲ ਦਾ ਸਾਡੇ 'ਤੇ ਪ੍ਰਭਾਵ ਹੁੰਦਾ ਹੈ, ਗਲਤ ਦਿਸ਼ਾ ਵਿੱਚ ਉਲਟ ਦਿਸ਼ਾ ਵਿੱਚ ਵੀ ਅਸੀਂ ਵਹਿ ਤੁਰਦੇ ਹਾਂ। ਪਰ ਗੁਰਮੁਖ ਫਿਰ ਹੁਕਮ ਦੇ ਮੰਨਣ ਵਾਲਾ ਹੋ ਜਾਂਦਾ ਹੈ, ਫਿਰ ਉਹ ਸਹਿਜ ਵਿੱਚ ਟਿਕ ਜਾਂਦਾ ਹੈ। ਔਰ ਕਹਿੰਦੇ ਕਹਿਣਾ ਕਿਛੂ ਨਾ ਜਾਏ। ਉਹਨਾਂ ਦੀ ਅਵਸਥਾ ਕੁਛ ਕਹਿਣ ਜੋਗੀ ਨਹੀਂ ਰਹਿੰਦੀ ਹੈ ਕਿ ਅਸੀਂ ਕਹਿ ਦਈਏ। ਸਦਾ ਸੱਚਾ ਸਾਹਿਬ ਮਨ ਵਸੈ, ਤਾਂ ਮਨ ਚਿੰਦਿਆ ਫਲ ਪਾਏ। ਸੱਚਾ ਸਾਹਿਬ ਮਨ ਵਿੱਚ ਵਸ ਜਾਏ ਅਤੇ ਜੋ ਚਾਹੋ ਸੋ ਪਾਓ। ਮਨ ਚਿੰਦਿਆ, ਮਨ ਦੀ ਇੱਛਾ ਅਨੁਸਾਰ ਫਲ ਮਿਲ ਜਾਏਗਾ। ਸਰਬ ਪੁਰਸ਼ਨ ਕੋ ਕਾਹੇ ਕੀ ਇੱਛਾ ਹੋਵੇ, ਕਹਿੰਦੇ ਸਾਰੇ ਬੰਦਿਆਂ ਨੂੰ ਕਾਹਦੀ ਇੱਛਾ ਹੁੰਦੀ? ਸਰਬ ਦੁੱਖਨ ਕੀ ਨਿਵਰਤੀ ਔਰ ਪਰਮਾਨੰਦ ਕੀ ਪ੍ਰਾਪਤੀ ਕੀ ਇੱਛਾ ਹੋਵੇ ਹੈ। ਸਾਰੇ ਦੁੱਖਾਂ ਦਾ ਕੱਟੇ ਜਾਣਾ ਅਤੇ ਪਰਮਾਨੰਦ ਦੀ ਪ੍ਰਾਪਤੀ ਹੀ ਸਾਰੇ ਸੁੱਖ ਹਰ ਕਿਸੇ ਨੂੰ ਹੁੰਦੀ ਹੈ। ਇਹ ਜਿਹੜੀ ਮੈਂ ਭਾਸ਼ਾ ਬੋਲ ਰਿਹਾ, ਇਹ ਸਾਡਾ ਪੁਰਾਤਨ ਸਟੀਕ, ਸਭ ਤੋਂ ਪੁਰਾਤਨ ਜਿਹੜਾ ਬੜਾ ਪੁਰਾਣਾ ਸਟੀਕ ਹੈ, ਫਰੀਦਕੋਟੀਆ, ਉਹਦੀ ਭਾਸ਼ਾ ਹੈ। ਸਰਬ ਸੁਖਨ ਕੋ ਕਾਹੇ ਕੀ ਇੱਛਾ ਹੋਵੇ ਹੈ, सर्व दुखन की निवृत्ति और परमानंद की प्राप्ति की इच्छा होवे है। ये मोक्ष का स्वरूप है। ये मोक्ष कहते हैं। महाराज कहते सच्चा साहिब मन वसै तां मन चिंदिया फल पाए। मन की चिंदा जिस दी लोड़ सी परम सुख मोक्ष भी प्राप्त हो जाता है। नानक तिनका आख्या आप सुने जे लयन पन्ने पाए। उन्हां दी कही हुई गल आप सुनदा है, नेड़े होके सुनदा है, जिन्हां नूं अपने पल्ले विच पा लैंदा है। महला तीजा, तीजे पातशाह की कहंदे अमृत सदा वरसदा बूझन बूझन हार। अमृत वरस रहा है पर विरले गुरमुख जिन्हां नूं सोझी हुंदी है उन्हां नूं पता लगदा है। गुरमुख जिन्नी बुझिया हर अमृत रख्या उर धार। गुरमुखां ने जिन्हां ने समझ लिया उन्होंने अमृत नाम नूं हिरदे च धारण कर लिया। हर अमृत पीवै सदा रंग राते हों मैं तृष्णा मार। हरि नाम अमृत नूं जिहड़े छकदे पींदे सदा रंग विच रंगे नाम विच उन्हां दे अंदरों हौमै अते तृष्णा मारी जाती है। अमृत हर का नाम है वरसै कृपा धार। हरि नाम अमृत जिथे चरनामृत पहला सी खंडे का अमृत है उत्थे एक नाम अमृत भी है। महाराज कहते अमृत हर का नाम है, हरि नाम अमृत भी है पर जित कृपा हुंदी उन्होंने मिलता है। नानक गुरमुख नदरी आया हर आत्म राम मुरार। गुरु जी कहते गुरमुखां नूं नदरी पै जाता है कि हर आत्म राम मुरार, हर जगह मरिया रमिया होया, हर जगह वसिया होया रमिया होया। आत्म मेरा अपना ही रूप है मुरारी, मुर दैंतां नूं मारन वाला परमात्मा वाहिगुरु हर जगह मौजूद है। पौड़ी अतुल क्यों तोली है बिन तोले पाया ना जाए। कहते अतुल है,
ਆਪਣੀ ਬੁੱਧੀ ਦੇ ਨਾਲ ਤੋਲਿਆ ਨਹੀਂ ਜਾ ਸਕਦਾ। ਬਿਨ ਤੋਲੇ ਪਾਇਆ ਨਾ ਜਾਏ। ਮਹਾਰਾਜ ਕਹਿੰਦੇ ਤੋਲਣਾ ਕੀ, ਉਹਦੇ ਗੁਣਾਂ ਦੀ ਵਿਚਾਰ ਕਰਨੀ ਹੈ ਬਸ। ਇਉਂ ਨਹੀਂ ਵੀ ਅੰਤ ਪਾਉਣਾ ਉਹਦਾ ਤੋਲ ਤੋਲ ਕੇ ਨਾ। ਮਹਾਰਾਜ ਕਹਿੰਦੇ ਉਹਦੇ ਗੁਣ ਗਾਉਣੇ, ਗੁਣ ਗਾਇਆ ਬਿਨਾ ਪਾਇਆ ਨਹੀਂ ਜਾ ਸਕਦਾ। ਗੁਰ ਕੈ ਸ਼ਬਦ ਵਿਚਾਰੀਐ ਗੁਣ ਮਹਿ ਰਹਿ ਸਮਾਏ। ਗੁਰ ਸ਼ਬਦ ਦੀ ਵਿਚਾਰ ਕੀਤਿਆਂ ਉਹਦੇ ਗੁਣਾਂ ਵਿੱਚ ਸਮਾਇਆ ਜਾ ਸਕਦਾ ਹੈ। ਆਪਣਾ ਆਪ ਤੋਲਸੀ ਆਪੇ ਮਿਲਾਏ ਮਿਲਾਏ। ਆਪਣੇ ਆਪ ਨੂੰ ਆਪ ਹੀ ਜਾਣਦਾ ਉਹ ਕਿੱਡਾ ਹੈ। ਆਪੇ ਹੀ ਜਦੋਂ ਕਿਰਪਾ ਕਰਦਾ ਫਿਰ ਮੇਲ ਮਿਲਾਉਂਦਾ ਹੈ। ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ। ਉਹਦੀ ਕੋਈ ਕੀਮਤ ਅੰਤ ਨਹੀਂ ਪਾ ਸਕਦਾ। ਉਹਦੇ ਬਾਰੇ ਕਹਿਣ ਲੱਗ ਜਾਈਏ, ਕੋਈ ਆਖੇ ਲਓ ਜੀ ਮੈਂ ਪੂਰਾ ਹੀ ਕਹਿ ਦਿੱਤਾ, ਇੱਦਾਂ ਵੀ ਗੱਲ ਨਹੀਂ ਹੋ ਸਕਦੀ। ਹਉ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬੁਝਾਏ। ਮੈਂ ਆਪਣੇ ਗੁਰੂ ਦੇ ਬਲਿਹਾਰੇ ਹਾਂ। ਗੁਰੂ ਅੱਗੇ ਆਪਣਾ ਆਪਾ ਅਰਪਣ ਕਰਦਾ ਹਾਂ, ਜਿਸ ਗੁਰੂ ਨੇ ਮੈਨੂੰ ਸੱਚੀ ਸੋਝੀ ਬਖਸ਼ ਦਿੱਤੀ ਹੈ। ਜਗਤ ਮੁਸਾਏ ਅੰਮ੍ਰਿਤ ਲੁੱਟੀਐ ਮਨ ਮੁਖ ਬੂਝ ਨਾ ਪਾਏ। ਜਗਤ ਠੱਗਿਆ ਜਾ ਰਿਹਾ, ਵਿਕਾਰ ਠੱਗ ਰਹੇ ਆ, ਉਹਦੇ ਅੰਦਰੋਂ ਅੰਮ੍ਰਿਤ ਨਾਮ ਲੁੱਟੀ ਜਾਂਦੇ ਆ, ਪਰ ਮਨਮੁਖ ਬੰਦੇ ਨੂੰ ਸੋਝੀ ਨਹੀਂ ਹੈ। ਵਿਣ ਨਾਵੈ ਨਾਲ ਨਾ ਚੱਲਸੀ ਜਾਸੀ ਜਨਮ ਗਵਾਏ। ਨਾਮ ਤੋਂ ਬਿਨਾਂ ਪ੍ਰੇਮੀਓ ਕੁਝ ਵੀ ਨਾਲ ਨਹੀਂ ਜਾਣਾ। ਨਾਮ ਤੋਂ ਬਗੈਰ ਇੱਥੇ ਜਨਮ ਨੂੰ ਗਵਾ ਕੇ ਜਾਵਾਂਗੇ। ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਛ ਨਾ ਵਸਾਏ। ਕਹਿੰਦੇ ਲਾਸਟ ਪੰਕਤੀ 'ਚ ਕਹਿ ਰਹੇ ਨੇ 8ਵੀਂ ਪੌੜੀ ਦੀ, ਗੁਰੂ ਦੀ ਮੱਤ ਨਾਲ ਜਿਹੜੇ ਲੱਗ ਗਏ ਜੁੜ ਗਏ ਉਹ ਜਾਗ ਜਾਂਦੇ ਹਨ। ਉਹ ਆਪਣੇ ਘਰ ਨੂੰ ਇਹਨਾਂ ਵਿਕਾਰਾਂ ਤੋਂ ਬਚਾ ਲੈਂਦੇ ਹਨ। ਦੂਤਾਂ ਕਾ ਕਿਛ ਨਾ ਵਸਾਏ। ਅੰਤ ਦੂਤਾਂ ਦਾ ਵੀ ਉਹਨਾਂ 'ਤੇ ਜ਼ੋਰ ਨਹੀਂ ਚੱਲਦਾ। ਉਹਨਾਂ ਦੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਜੀ ਨੇ ਸ਼ਬਦ ਅੰਦਰ ਬਖਸ਼ਿਸ਼ ਕੀਤੀ। ਸ਼ਬਦ ਦੀ ਸੰਪੂਰਨਤਾ ਹੈ, ਸਮੇਂ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।